ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੋਈ ਹੈ ਕੈਨੇਡਾ ਤੇ ਇੰਡੀਆ, ਕੈਨੇਡਾ ਤੇ ਭਾਰਤ ਦਰਮਿਆਨ ਜਿਹੜੇ ਹਵਾਈ ਸਮਝੌਤੇ ਨੇ ਉਹ ਜਿਹੜੇ ਨੇ ਉਹ ਫਿਰ ਤੋਂ ਅਮੈਂਡ ਕੀਤੇ ਗਏ ਨੇ। ਇੱਕ ਨਵੇਂ ਹਵਾਈ ਸਮਝੌਤੇ ਕੀਤੇ ਗਏ ਨੇ ਜਿਸ ਤਹਿਤ ਬਹੁਤ ਹੀ ਮੈਸੇਜ ਜਿਹੜੇ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਵੀ ਆ ਰਹੇ ਨੇ। ਤੇ ਸ਼ੁਰੂ 'ਚ ਮੈਸੇਜ ਜਿਹੜੇ ਆਏ ਸਮਝੌਤੇ ਤੋਂ ਬਾਅਦ ਜਦ ਇਹ ਖਬਰ ਨਿਕਲੀ ਕਿ ਕੈਨੇਡਾ ਤੇ ਭਾਰਤ ਨੇ ਇੱਕ ਨਵੀਂ ਜਿਹੜੀ ਹੈ ਸਮਝੌਤਿਆਂ ਤੇ ਸਾਈਨ ਕੀਤਾ ਹੈ ਜਿਸ ਤਹਿਤ ਇੱਕ ਓਪਨ ਸਕਾਈ ਅਨਲਿਮਿਟਿਡ ਨੰਬਰ ਆਫ ਫਲਾਈਟਸ ਜਿਹੜੀਆਂ ਨੇ, ਉਡਾਨਾਂ ਜਿਹੜੀਆਂ ਨੇ ਉਹ ਦੋਵੇਂ ਮੁਲਕਾਂ ਦੇ ਦਰਮਿਆਨ ਜਿਹੜੀਆਂ ਨੇ ਆਪਰੇਟ ਹੋ ਸਕਦੀਆਂ ਨੇ। ਅਨਲਿਮਿਟਿਡ ਮਤਲਬ ਪਹਿਲਾਂ ਜਿਹੜੀਆਂ ਪੁਰਾਣੇ ਸਮਝੌਤੇ ਸਨ ਉਸ ਤਹਿਤ ਜਿਹੜੇ ਕੈਨੇਡਾ ਦੀਆਂ 에ਅਰਲਾਈਨ ਸਨ ਉਹ 35 ਫਲਾਈਟਸ ਭਾਰਤ ਵੱਲ ਨੂੰ, ਤੇ ਇਸੇ ਤਰ੍ਹਾਂ ਭਾਰਤ ਦੀਆਂ 에ਅਰਲਾਈਨਸ ਕੈਨੇਡਾ ਦੇ ਹਵਾਈ ਅੱਡਿਆਂ ਲਈ 35 ਉਡਾਨਾਂ ਹਫ਼ਤੇ ਦੀਆਂ ਜਿਹੜੀਆਂ ਸਨ ਉਹ ਆਪਰੇਟ ਕਰ ਸਕਦੇ ਸਨ। 35 ਉਡਾਨਾਂ ਜਿਹੜੀਆਂ ਨੇ ਹਾਲੇ ਤੱਕ ਕਦੀ ਵੀ ਜਿਹੜੀਆਂ ਨੇ ਹਫ਼ਤੇ ਦੀਆਂ ਆਪਰੇਟ ਨਹੀਂ ਹੋਈਆਂ, ਪਰ ਇਹ ਜਿਹੜੇ ਨਵੇਂ ਹਵਾਈ ਸਮਝੌਤੇ ਤਹਿਤ ਉਹਨਾਂ ਨੇ 35 ਵਾਲੀ ਲਿਮਿਟ ਵੀ ਜਿਹੜੀ ਹੈ ਉਹ ਖਤਮ ਕਰ ਦਿੱਤੀ। ਬੜਿਆਂ ਦੇ ਮੈਸੇਜ ਆਏ ਵਧਾਈ ਹੋਵੇ, ਹੁਣ ਫਲਾਈਟਾਂ ਹੋਰ ਸ਼ੁਰੂ ਹੋ ਜਾਣਗੀਆਂ, ਕਿਰਾਏ ਵੀ ਘਟ ਜਾਣਗੇ। ਸਾਰੇ ਪੰਜਾਬੀ ਉਹਨਾਂ ਦੀ ਹਮੇਸ਼ਾ ਖੁਆਇਸ਼ ਹੁੰਦੀ ਹੈ ਭਾਵੇਂ ਉਹ ਅੰਮ੍ਰਿਤਸਰ ਦੇ ਨਾ ਹੋਣ, ਪੰਜਾਬ ਜਾਣ ਤੇ ਇੱਕ ਦਿਨ ਉਹ ਅੰਮ੍ਰਿਤਸਰ ਜ਼ਰੂਰ ਜਾਣ। ਸੋ ਇਹ ਜਿਹੜੀ ਮੰਗ ਵੱਡੀ ਸੀ, ਇਹਦੇ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸਾਡੇ ਮੈਂਬਰ ਮੋਹਿਤ ਅੰਜੂ ਵੱਲੋਂ ਇੱਕ ਪਟੀਸ਼ਨ ਵੀ ਜਨਵਰੀ ਸ਼ੁਰੂ ਕੀਤੀ ਗਈ ਪਾਰਲੀਮੈਂਟ 'ਚ। ਐਮਪੀ ਬ੍ਰੈਡਵਿਸ ਉਹਨਾਂ ਨੇ ਪਾਰਲੀਮੈਂਟ 'ਚ ਪੇਸ਼ ਕੀਤੀ ਮਈ ਦੇ ਮਹੀਨੇ 'ਚ। 14,000 ਸਿਗਨੇਚਰ ਆਨਲਾਈਨ ਹੋਏ, ਕਾਫੀ ਹਜ਼ਾਰਾਂ ਦੀ ਗਿਣਤੀ 'ਚ ਪੇਪਰ ਸਿਗਨੇਚਰ ਵੀ ਹੋਏ। ਉਸ ਤੋਂ ਬਾਅਦ ਕੈਨੇਡਾ ਦੇ ਮੰਤਰੀ ਜਿਹੜੇ ਨੇ ਮਾਨਯੋਗ ਓਮਰ ਅਲਗਾਬਰਾ, ਉਹਨਾਂ ਨੇ ਵੀ ਪਾਰਲੀਮੈਂਟ 'ਚ ਦੱਸਿਆ ਕਿ ਉਹ ਇਸ ਬਾਰੇ 에ਅਰ ਕੈਨੇਡਾ ਤੇ ਹੋਰਨਾਂ 에ਅਰਲਾਈਨਸ ਨਾਲ ਗੱਲ ਕਰ ਰਹੇ ਨੇ। ਤੇ ਐਮਪੀ ਰੂਬੀ ਸਹੋਤਾ ਨੇ ਵੀ ਇਸ ਬਾਰੇ ਪਾਰਲੀਮੈਂਟ 'ਚ ਜਦੋਂ ਆਪਣੇ ਮੰਤਰੀ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਮੀਟਿੰਗ ਜਿਹੜੀ ਪਹਿਲਾਂ ਹੋਈਆਂ ਸੀ ਮਈ ਵਿੱਚ ਉਹਨਾਂ ਦੀਆਂ ਭਾਰਤ ਦੇ ਜਿਹੜੇ ਹਵਾਈ ਮੰਤਰੀ ਨੇ ਸ੍ਰੀ ਜੋਤਿਰਾਦਿੱਤਿਆ ਸਿੰਧੀਆ ਨਾਲ, ਤੇ ਉਹ 'ਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਵੀ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਕੱਢੀਏ ਤੇ ਜੇ ਇੰਡੀਆ ਦੀਆਂ 에ਅਰਲਾਈਨਸ ਵੀ ਇਸ ਨੂੰ ਸ਼ੁਰੂ ਕਰ ਸਕਣ। ਤੇ ਪਹਿਲਾਂ ਮਿਨਿਸਟਰ ਅਲਗਾਬਰਾ ਨੇ ਕਿਹਾ ਸੀ ਕਿ ਉਹ 에ਅਰ ਕੈਨੇਡਾ ਤੇ ਹੋਰਨਾਂ 에ਅਰਲਾਈਨਸ ਨੂੰ ਵੀ ਜਿਹੜਾ ਹੈ ਰਿਕੁਐਸਟ ਕਰਨਗੇ। ਇੱਕ ਚੀਜ਼ ਜਿਹੜੀ ਵਿੱਚੋਂ ਨਿਕਲੀ ਬੜੀ ਵੱਡੀ, ਉਹ ਸੀ ਇੱਕ ਚੀਜ਼ ਜਿਹੜੀ ਹੈ ਇਹ ਨਹੀਂ ਹੈ ਕਿ ਜੇ ਕੈਨੇਡਾ ਦੀ 에ਅਰਲਾਈਨ ਚਾਹਵੇ ਤੇ ਜਿੰਨੀਆਂ ਮਰਜ਼ੀ ਫਲਾਈਟ ਜਾਂ ਜਿੱਥੇ ਮਰਜ਼ੀ ਫਲਾਈਟ ਜਿਹੜੀਆਂ ਵਾ ਇੰਡੀਆ ਦੇ ਕਿਸੇ 에ਅਰਪੋਰਟ ਲਈ ਸ਼ੁਰੂ ਕਰ ਦੇਵੇ। ਸੋ ਇਹ ਇਸੇ ਸਮਝੌਤੇ ਵਿੱਚ ਹੀ ਜਦ ਹੋਰ ਡੀਟੇਲਸ ਨਿਕਲੀਆਂ ਤੇ ਉਹ ਡੀਟੇਲਸ ਇਹ ਸਾਹਮਣੇ ਆਈਆਂ ਵਾ ਕਿ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦੇ 6 ਹਵਾਈ ਅੱਡੇ ਦਿੱਲੀ, ਮੁੰਬਈ, ਬੈਂਗਲੌਰ, ਚੇਨਈ, ਹੈਦਰਾਬਾਦ ਤੇ ਕੋਲਕਾਤਾ, ਇਹ 6 ਹਵਾਈ ਅੱਡਿਆਂ ਲਈ ਕੈਨੇਡਾ ਦੀਆਂ ਕੋਈ ਵੀ 에ਅਰਲਾਈਨਸ ਜਿਹੜੀਆਂ ਨੇ ਉਹ ਅਨਲਿਮਿਟਿਡ ਫਲਾਈਟਸ ਇਹਨਾਂ 6 ਹਵਾਈ ਅੱਡੇ ਤੇ ਆਪਰੇਟ ਕਰ ਸਕਦੀ ਹੈ। ਤੇ ਜੇ ਬਾਕੀ 에ਅਰਪੋਰਟਸ ਨੂੰ ਕਨੈਕਟ ਕਰਨਾ ਹੈ ਤੇ ਉਹ ਭਾਰਤ ਦੀਆਂ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਦੇ ਨਾਲ ਕੋਡ ਸ਼ੇਅਰ ਜਿਹੜਾ ਸਮਝੌਤਾ ਕਰਕੇ ਫਿਰ ਤੁਸੀਂ ਉਹਨਾਂ ਨੂੰ ਕਨੈਕਸ਼ਨ ਦੇ ਸਕਦੇ ਜੇ। ਜਿਵੇਂ ਕਿ 에ਅਰ ਕੈਨੇਡਾ ਇਸ ਸਮੇਂ ਵਿਸਤਾਰਾ ਦੇ ਨਾਲ ਜਾਂ 에ਅਰ ਇੰਡੀਆ ਦੇ ਨਾਲ ਜਦੋਂ ਪਹੁੰਚਦੀ ਹੈ ਫਿਰ ਤੁਹਾਡੀ ਸਿੰਗਲ ਟਿਕਟ ਜਿਹੜੀ ਬਣਦੀ ਹੈ, ਤੁਸੀਂ ਫਿਰ ਉਹਦੇ ਨਾਲ ਅੰਮ੍ਰਿਤਸਰ ਜਾਂ ਅਹਿਮਦਾਬਾਦ ਜਾਂ ਹੋਰਨਾਂ 에ਅਰਪੋਰਟਸ ਤੇ ਪਹੁੰਚ ਜਾਂਦੇ ਜੇ। ਜਿਹੜੀਆਂ 에ਅਰ ਇੰਡੀਆ ਦੇ ਫਲਾਈਟਸ ਹੈ ਉਹ ਤੇ 에ਅਰ ਇੰਡੀਆ ਦੀ ਆਪਣੀ ਫਲਾਈਟਸ ਜਿਹੜੀਆਂ ਨੇ ਉਹ ਭਾਰਤ ਨੂੰ ਕਨੈਕਟ ਕਰਦੀਆਂ ਨੇ। ਸੋ ਇਹਦੇ ਵਿੱਚ ਕਿਹੜੀਆਂ ਟੈਕਨੀਕਲ ਜਿਹੜੀਆਂ ਘੁੰਡੀਆਂ ਨੇ, ਕਾਫੀ ਸਵਾਲ ਆਏ ਕਿ ਜੇ ਅੰਮ੍ਰਿਤਸਰ ਇਹਦੇ 'ਚ ਜਾ ਹੀ ਨਹੀਂ ਸਕਦੀਆਂ ਕੈਨੇਡਾ ਦੀ 에ਅਰਲਾਈਨ ਤੇ ਫਿਰ ਇਸ ਸਮਝੌਤੇ ਦਾ ਪੰਜਾਬੀਆਂ ਨੂੰ ਕੀ ਫਾਇਦਾ ਹੋਇਆ। ਨਾਲ ਦੀ ਨਾਲ ਜਿਹੜਾ ਭਾਰਤ ਵੱਲੋਂ ਜਿਹੜਾ ਹੈ ਭਾਰਤ ਦੀਆਂ 에ਅਰਲਾਈਨਸ ਜਿਹੜੀਆਂ ਨੇ ਉਹ ਕੈਨੇਡਾ ਦੇ 4 ਹਵਾਈ ਅੱਡੇ ਮੌਂਟਰੀਅਲ, ਐਡਮਿੰਟਨ, ਟੋਰਾਂਟੋ, ਵੈਨਕੂਵਰ ਤੇ ਨਾਲ 2 ਹਵਾਈ ਅੱਡੇ ਜਿਹੜੇ ਵੀ ਕੈਨੇਡਾ ਦੇ ਨੇ ਉਹ ਚੂਜ਼ ਕਰ ਸਕਦੇ ਨੇ। ਇਹ ਕੈਨੇਡਾ ਸਰਕਾਰ ਨੇ ਜਾਂ ਉਹਨਾਂ ਨੇ ਮੰਨਿਆ ਹੋਏਗਾ ਕਿ ਅਸੀਂ ਇਹ 4 ਹਵਾਈ ਅੱਡੇ ਪਲੱਸ 2 ਹਵਾਈ ਅੱਡੇ ਤੁਹਾਨੂੰ ਦੇਣੇ ਆ। ਉਹਦੇ ਵਿੱਚ ਕੈਲਗਰੀ ਵੀ ਹੋ ਸਕਦਾ ਹੈ ਜਾਂ ਹੈਮਿਲਟਨ ਜਾਂ ਕੋਈ ਵੀ ਹੋਰ 에ਅਰਪੋਰਟ ਜਿਹੜਾ ਇੰਡੀਆ ਦੀ 에ਅਰਲਾਈਨਸ ਚਾਹਣਗੀਆਂ। ਸੋ ਇਹ ਗੱਲ ਇੱਥੇ ਵਾਪਸ ਫਿਰ ਤੋਂ ਆਈ ਕਿ ਅੰਮ੍ਰਿਤਸਰ ਇਹਨਾਂ ਵਿੱਚ ਕਿੱਥੇ ਹੈ। ਅੰਮ੍ਰਿਤਸਰ ਇਹਨਾਂ ਵਿੱਚ ਇਸ ਤਰ੍ਹਾਂ ਹੈ ਕਿ ਕੈਨੇਡਾ ਦੀ 에ਅਰਲਾਈਨਸ ਜਿਸ ਤਰ੍ਹਾਂ ਦੱਸਿਆ ਕੋਡ ਸ਼ੇਅਰ ਕਰਕੇ ਤੇ ਦਿੱਲੀ ਰਾਹੀਂ ਜੇ 에ਅਰ ਕੈਨੇਡਾ ਦੀ ਫਲਾਈਟ ਹੁਣ ਮੁੰਬਈ ਵੀ ਜਾਂਦੀ ਹੈ, ਮੁੰਬਈ ਤੋਂ ਅੰਮ੍ਰਿਤਸਰ ਕੋਈ ਕੋਡ ਸ਼ੇਅਰ ਕਰਕੇ ਤੇ ਫਿਰ ਪਹੁੰਚ ਸਕਣਗੇ। ਸੋ ਜੇ ਅੰਮ੍ਰਿਤਸਰ ਨਹੀਂ ਮਿਲਿਆ ਤੇ ਕੱਲ ਨੂੰ ਜੇ 에ਅਰ ਕੈਨੇਡਾ ਜਾਣੀ ਚਾਹਵੇ ਤੇ ਕੀ ਉਹ ਜਾ ਸਕਦੀ ਹੈ। ਸੋ ਇਹ ਸਵਾਲ ਜਿਹੜੇ ਨੇ ਹੁਣ ਕਾਫੀ ਜਿਹੜੇ ਕੈਨੇਡਾ ਦੇ ਪੰਜਾਬੀ ਮੂਲ ਦੇ ਐਮਪੀ ਨੇ ਜਿਹੜੇ ਸਰਕਾਰ ਦੇ ਵਿੱਚ ਨੇ, ਜਿਹੜੀ ਇਸ ਸਮੇਂ ਜੋ ਸਰਕਾਰ ਹੈ ਉਹਨਾਂ ਨੇ ਵੀ ਬਹੁਤ ਟਵੀਟ ਕਰਕੇ ਆਪਣੀ ਸਰਕਾਰ ਦੀ ਇੱਕ ਵੱਡੀ ਉਪਲਬਧੀ ਦੱਸੀ ਹੈ। ਖਾਸ ਕਰਕੇ ਜਿਹੜੇ ਪੰਜਾਬੀ ਐਮਪੀ ਨੇ ਬਰੈਂਪਟਨ,
ਮਿਸੀਸਾਗਾ ਤੇ ਉਧਰ ਵੈਂਕੂਵਰ ਸਰੀ ਵਾਲੇ ਪਾਸੇ ਵੀ। ਪਰ ਇੱਕ ਸਵਾਲ ਜਿਹੜਾ ਬਾਰ-ਬਾਰ ਸਾਨੂੰ ਵੀ ਕਾਫੀ ਜਾਣੇ ਪੁੱਛ ਰਹੇ ਨੇ, ਉਹ ਇਹੀ ਪੁੱਛ ਰਹੇ ਨੇ ਕਿ ਇਹਦੇ ਵਿੱਚ ਹੁਣ ਅੰਮ੍ਰਿਤਸਰ ਕਿੱਥੇ ਹੈ? ਇੰਨੀ ਡਿਮਾਂਡ ਦੇ ਬਾਵਜੂਦ, ਇੰਨੇ ਸਿਗਨੇਚਰ, ਇੰਨਾ ਕੁਝ ਕਹਿਣ ਦੇ ਬਾਵਜੂਦ ਅੰਮ੍ਰਿਤਸਰ ਇਹਦੇ ਵਿੱਚ ਕਿਉਂ ਨਹੀਂ ਆਇਆ? ਕੈਨੇਡਾ ਦੀਆਂ 에ਅਰਲਾਈਨਸ ਅੰਮ੍ਰਿਤਸਰ ਕਿਉਂ ਨਹੀਂ ਜਾ ਸਕਣਗੀਆਂ? ਸੋ ਕਾਫੀ ਜਣਿਆਂ ਨੂੰ ਇਹ ਭੁਲੇਖਾ ਹੈ ਕਿ ਜਿਹੜੀਆਂ ਇੰਡੀਆ ਦੀਆਂ 에ਅਰਲਾਈਨਸ ਵੀ ਨੇ, ਉਹ ਸਿਰਫ 6 에ਅਰਪੋਰਟ ਤੋਂ ਕੈਨੇਡਾ ਨੂੰ ਆ ਸਕਦੀਆਂ ਨੇ, 4 ਵਾਈਡੇ ਨਹੀਂ। ਮੈਂ ਇੱਥੇ ਕਲੀਅਰ ਕਰ ਦਵਾਂ ਇੱਕ ਗੱਲ, ਕੈਨੇਡਾ ਦੀਆਂ 에ਅਰਲਾਈਨਸ ਸਿਰਫ 6 ਤੇ ਜਾਣਗੀਆਂ, ਜੋ ਇਸ ਸਮਝੌਤੇ 'ਚ ਸਾਨੂੰ ਪਤਾ ਲੱਗਾ ਹੈ। ਹਾਲੇ ਕਿਸੇ ਨੇ ਹਾਲੇ ਪੂਰੇ ਪੜ੍ਹੇ ਨਹੀਂ ਨੇ। ਇੰਡੀਆ ਦੀਆਂ 에ਅਰਲਾਈਨ ਕਿਸੇ ਵੀ ਇੰਟਰਨੈਸ਼ਨਲ, ਕਿਉਂਕਿ ਆਬਵੀਅਸਲੀ ਉਹ 에ਅਰਪੋਰਟ ਇੰਟਰਨੈਸ਼ਨਲ ਹੋਣਾ ਚਾਹੀਦਾ ਹੈ, ਇੰਡੀਆ ਦਾ ਇਮੀਗ੍ਰੇਸ਼ਨ ਹੁੰਦੀ ਹੈ ਉੱਥੇ, ਤੇ ਉਹ ਕਿਸੇ ਵੀ 에ਅਰਪੋਰਟ ਤੋਂ ਕੈਨੇਡਾ ਦੇ ਇਹਨਾਂ 4 에ਅਰਪੋਰਟਸ ਪਲੱਸ 2 에ਅਰਪੋਰਟ ਜਿੱਦਾਂ ਕੈਲਗਰੀ ਜਾਂ ਉਹ ਮੰਗ ਸਕਦੇ ਨੇ, ਤੇ ਉੱਥੋਂ ਇਹ ਅਨਲਿਮਿਟਿਡ ਜਾਂ ਟੋਟਲ ਫਲਾਈਟਸ ਜਿਹੜੀਆਂ ਨੇ ਅਨਲਿਮਿਟਿਡ ਭਰ ਸਕਣਗੀਆਂ। ਸੋ ਇਹ ਕਹਿਣਾ ਕਿ ਉਹਨਾਂ ਦੀਆਂ 에ਅਰਲਾਈਨਸ ਅੰਮ੍ਰਿਤਸਰ ਤੋਂ ਨਹੀਂ ਕਰ ਸਕਣਗੀਆਂ, ਉਹ ਕਰ ਸਕਣਗੀਆਂ। ਨਾਲ ਦੀ ਨਾਲ ਮੈਂ ਦੱਸ ਦਵਾਂ ਕਿ ਇਹ ਉਪਲਬਧੀ ਤਾਂ ਬੜੀ ਵੱਡੀ ਹੁੰਦੀ, ਓਪਨ ਸਕਾਈ ਜਿਸ ਨੂੰ ਕਹਿੰਦੇ ਆ, ਇੰਡੀਆ ਵੀ ਇਨਕਰੇਜ ਕਰ ਰਿਹਾ ਹੈ 5000 ਕਿਲੋਮੀਟਰ ਦੇ ਬਾਹਰ ਜਿਹੜੀਆਂ ਕੰਟਰੀਜ਼ ਨੇ ਉਹਨਾਂ ਤੋਂ, ਉਹ ਕਹਿੰਦੇ ਨੇ ਅਸੀਂ ਓਪਨ ਸਕਾਈ ਪਾਲਿਸੀ ਜਿਹੜੀ ਹੈ, ਨੈਸ਼ਨਲ ਸਿਵਿਲੇਸ਼ਨ ਪਾਲਿਸੀ ਸੀ ਉਹਨਾਂ ਦੀ, ਉਹ ਕਾਫੀ ਉਹ ਕੋਸ਼ਿਸ਼ ਕਰ ਰਹੇ ਨੇ ਉਹਨੂੰ ਇੰਪਲੀਮੈਂਟ ਕਰਨ ਦੀ। ਉਸ ਤਹਿਤ ਅਮਰੀਕਾ ਵੀ ਜਿਹੜਾ ਹੈ ਉਹਨਾਂ ਦੀ ਆਲਰੇਡੀ ਓਪਨ ਸਕਾਈ ਹੈ। ਕੈਨੇਡਾ ਦੇ ਨਾਲ ਜਿਹੜਾ ਹੈ ਉਹਨਾਂ ਨੇ ਹੁਣ ਜਿਹੜੀ ਇਹ ਸਾਈਨ ਕੀਤੀ ਹੈ, ਪਰ ਇਸ ਸਮੇਂ ਉਹ 7 ਫਲਾਈਟਾਂ ਜਿਹੜੀਆਂ ਨੇ, ਫਲਾਈਟਸ ਨੇ, ਉਡਾਨਾਂ ਜਿਹੜੀਆਂ ਨੇ, ਉਹ ਟੋਰਾਂਟੋ ਤੇ 7 ਹੀ ਵੈਂਕੂਵਰ ਲਈ ਆਪਰੇਟ ਕਰ ਰਹੇ ਨੇ। ਇਸੇ ਤਰ੍ਹਾਂ 에ਅਰ ਕੈਨੇਡਾ ਜਿਹੜੀ ਹੈ ਉਹ 7 ਫਲਾਈਟਾਂ ਟੋਰਾਂਟੋ ਤੋਂ, ਫਿਰ ਵੈਂਕੂਵਰ ਤੋਂ ਉਹਨਾਂ ਦੀ ਫਲਾਈਟ ਬੰਦ ਹੋ ਗਈ ਹੈ ਕਿਉਂਕਿ ਉਹ 에ਅਰ ਸਪੇਸ, ਰਸ਼ੀਆ ਦੇ ਉਹਨੂੰ 에ਅਰ ਸਪੇਸ ਤੇ ਅਲਾਉ ਨਹੀਂ ਹੈ, ਉਹ ਯੂਜ਼ ਨਹੀਂ ਕਰ ਸਕਦੇ। ਸੋ ਇਸ ਕਰਕੇ ਉਹ ਵੈਂਕੂਵਰ ਦੀ ਫਲਾਈਟ ਦੀ ਬਜਾਏ ਉਹ ਮੌਂਟਰੀਅਲ ਤੋਂ ਫਲਾਈਟਸ ਆਪਰੇਟ ਕਰ ਰਹੇ ਨੇ, ਤੇ ਨਾਲ ਦੀ ਨਾਲ ਉਹਨਾਂ ਨੇ ਟੋਰਾਂਟੋ ਤੋਂ ਲੰਡਨ ਤੇ ਫਿਰ ਲੰਡਨ ਤੋਂ ਮੁੰਬਈ ਲਈ ਜਿਹੜੀ ਫਲਾਈਟ ਹੈ, ਟੋਰਾਂਟੋ ਮੁੰਬਈ ਵਾਇਆ ਲੰਡਨ ਸ਼ੁਰੂ ਕੀਤੀ ਹੈ। ਸੋ ਤਕਰੀਬਨ 13-14 ਫਲਾਈਟਸ ਜਿਹੜੀਆਂ ਨੇ ਉਹ ਵੀ ਆਪਰੇਟ ਕਰ ਰਹੇ ਨੇ। ਸੋ ਹਾਲੇ ਅੱਧੀਆਂ ਫਲਾਈਟਸ ਵੀ ਜਿਹੜੀਆਂ ਨੇ, 35 ਦਾ ਜਿਹੜਾ ਹੈ 17-18 ਬਣਦਾ ਹੈ, ਤੇ ਉਹ ਆਪਰੇਟ ਨਹੀਂ ਕਰ ਰਹੇ। ਨਾਲ ਦੀ ਨਾਲ ਸਰਕਾਰ ਵੱਲੋਂ ਇਹ ਕਹਿ ਰਿਹਾ ਜਾ ਰਿਹਾ ਕਿ ਕਿਰਾਏ ਬਹੁਤ ਜ਼ਿਆਦਾ ਨੇ, ਇਸ ਨਾਲ ਕਿਰਾਏ, ਫਲਾਈਟਸ ਵਧਣਗੀਆਂ, ਕਿਰਾਏ ਘਟ ਜਾਣਗੇ। ਹਾਂ, ਫਲਾਈਟਸ ਤਾਂ ਵਧਣਗੀਆਂ ਤੇ ਫਿਰ ਦੇਖੋ ਕਿਰਾਏ ਘਟਣਗੇ, ਪਰ ਹਾਲੇ ਵੀ ਜਿਹੜੀ ਲਿਮਿਟ ਹੈ ਉਹ ਤੇ ਪੂਰੀ ਨਹੀਂ ਹੋਈ। ਉਹਨਾਂ ਕੋਲ ਹਾਲੇ ਵੀ ਆਪਸ਼ਨ ਹੈ, ਪਰ 에ਅਰਲਾਈਨਸ ਕੋਲ ਜਹਾਜ਼ ਨਹੀਂ ਹਨ, ਸਟਾਫ ਨਹੀਂ ਹੈ। ਸੋ ਇਹ ਤੇ ਗੱਲ ਹੋਈ ਟੈਕਨੀਕਲ, ਜਿਹੜਾ ਇਹ ਹੁਣ ਹਵਾਈ ਸਮਝੌਤਾ ਹੋਇਆ ਵਾ। ਸੋ ਇਸ ਦੇ ਤਹਿਤ ਜੇਕਰ ਇੰਡੀਆ ਦੇ ਕੈਰੀਅਰ 2 ਐਡੀਸ਼ਨਲ 에ਅਰਪੋਰਟਸ ਨੂੰ ਜਾ ਸਕਦੇ ਨੇ, ਜੇਕਰ ਇੰਡੀਆ ਨੇ ਕੈਨੇਡਾ ਨੂੰ ਵੀ ਕਿਹਾ ਵਾ 6 ਹਵਾਈ ਅੱਡੇ ਪਲੱਸ ਹੋਰ, ਉਹ ਕਿਤੇ ਮੈਂਸ਼ਨ ਨਹੀਂ ਕੀਤਾ ਗਿਆ। ਜਦ ਜਿਹੜੇ ਮੰਤਰੀ ਨੇ, ਟਰਾਂਸਪੋਰਟ ਮੰਤਰੀ ਕੈਨੇਡਾ ਦੇ, ਉਹਨਾਂ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਸਰ ਦਾ ਕੀ ਕੀਤਾ ਹੈ ਕਿਸੇ ਰਿਪੋਰਟਰ ਨੇ, ਤੇ ਉਹਨਾਂ ਨੇ ਕਿਹਾ ਹੈ ਕਿ ਇਹ ਸਾਡਾ ਪਹਿਲਾ ਸਟੈਪ ਹੈ ਤੇ ਅਸੀਂ ਉਹਦੇ ਲਈ ਐਡਵੋਕੇਸੀ ਕਰਦੇ ਰਵਾਂਗੇ, ਤੇ ਹੋਪਫੁਲੀ ਜਿਹੜਾ ਹੈ ਇਵੈਂਚੁਅਲੀ ਇਹ ਜਿਹੜੀ ਡਿਮਾਂਡ ਹੈ ਉਹ ਪੂਰੀ ਹੋਏਗੀ। ਮੈਂ ਮਿਨਿਸਟਰ ਸਿੰਧੀਆ ਨੂੰ ਉਹਨਾਂ ਨੇ ਕਿਹਾ ਸੀਗਾ, ਤੇ ਇੰਜ ਜਾਪਦਾ ਹੈ ਕਿ ਉਹਨਾਂ ਨੇ ਕਿਹਾ ਸੀ ਐਡਵੋਕੇਸੀ ਕਰਦੇ ਰਵਾਂਗੇ। ਹੁਣ ਐਡਵੋਕੇਸੀ ਉਹ ਕਿਹਦੇ ਨਾਲ ਕਰਨਗੇ? 에ਅਰ ਇੰਡੀਆ ਨਾਲ ਕਰਨਗੇ, ਕਿਉਂਕਿ 에ਅਰ ਇੰਡੀਆ ਤੇ ਹੁਣ ਪ੍ਰਾਈਵੇਟ 에ਅਰਲਾਈਨ ਹੈ। ਸੋ ਮਿਨਿਸਟਰ ਸਿੰਧੀਆ ਨੂੰ ਉਹ ਰਿਕੁਐਸਟ ਕਰ ਸਕਦੇ ਨੇ, ਪਰ ਉਹ ਕਿਹਦੇ ਨਾਲ ਐਡਵੋਕੇਸੀ ਕਰਨਗੇ? ਇੱਕ ਸਵਾਲ ਇਹ ਵੀ ਆ ਰਿਹਾ ਹੈ ਕਿ ਜੇ 에ਅਰ ਕੈਨੇਡਾ ਜਾਣੀ ਚਾਹੇ ਤੇ ਉਹ ਤੇ ਹੁਣ ਜਾ ਨਹੀਂ ਸਕੇਗੀ, ਜੇ ਹਵਾਈ ਸਮਝੌਤੇ ਕੀ ਉਹ ਅੰਮ੍ਰਿਤਸਰ ਭਾਰਤ ਉਹਨਾਂ ਨੂੰ ਅਲਾਉ ਕਰੇਗਾ? ਸੋ ਇਹ ਸਵਾਲ ਜਿਹੜੇ ਨੇ, ਇਹ ਬਹੁਤ ਹੀ ਸਵਾਲ ਆ ਰਹੇ ਨੇ, ਤੇ ਉਹਦੇ ਵਿੱਚ ਮੈਂ ਦੱਸ ਦਵਾਂ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਕੁਝ ਸਾਲ ਪਹਿਲਾਂ ਜਦੋਂ ਅਸੀਂ ਸਤੰਬਰ 2019 ਵਿੱਚ, ਉਦੋਂ ਵੀ ਇੱਕ ਪਟੀਸ਼ਨ ਜਿਹੜੀ ਸੀ, ਪਹਿਲਾਂ ਉਦੋਂ ਇੱਕ MP ਸੋਹਤਾ ਵੱਲੋਂ ਉਦੋਂ ਪਾਰਲੀਮੈਂਟ 'ਚ ਇਹ ਮੰਗ ਕੀਤੀ ਗਈ ਸੀ ਕਿ ਗੁਰੂ ਨਾਨਕ ਗੁਰਪੁਰਬ ਤੇ 에ਅਰਲਾਈਨਸ ਜਿਹੜੀਆਂ ਨੇ ਅੰਮ੍ਰਿਤਸਰ ਫਲਾਈਟ ਸ਼ੁਰੂ ਕਰਨ 550 ਸਾਲਾਂ ਤੇ। ਉਸ ਸਮੇਂ 에ਅਰ ਕੈਨੇਡਾ ਨੇ ਇੱਕ ਮੀਟਿੰਗ ਹੋਈ ਸੀ, ਤੇ ਉਦੋਂ ਇਹ ਸਵਾਲ ਉੱਠਿਆ ਸੀ ਕਿ ਕੀ ਕੈਨੇਡੀਅਨ 에ਅਰਲਾਈਨਾਂ ਅੰਮ੍ਰਿਤਸਰ ਜਾ ਸਕਦੀਆਂ ਨੇ? ਇਸ ਤੋਂ ਪਹਿਲਾਂ ਵੀ ਜਦ ਵੀ ਅਸੀਂ ਕੈਨੇਡਾ ਦੇ ਕਿਸੇ ਨਾਲ ਵੀ ਗੱਲ ਕਰਦੇ ਸੀ, ਕੈਨੇਡਾ ਦੇ ਹਰ ਇੱਕ ਪੰਜਾਬੀ ਉਹ ਕਹਿੰਦਾ ਸੀ ਕਿ ਸਾਡੇ ਵੱਲੋਂ ਪ੍ਰੋਬਲਮ ਨਹੀਂ ਹੈ, ਭਾਰਤ ਵੱਲੋਂ ਪ੍ਰੋਬਲਮ ਹੈ, ਉਹ ਨਹੀਂ ਚਾਹੁੰਦੇ ਕਿ ਉੱਥੇ ਫਲਾਈਟਸ ਜਾਣ, ਉਹ ਰੋਕਦੇ ਨੇ। ਸੋ ਅਸੀਂ ਇਹ ਪੁੱਛਿਆ ਸੀ ਕਿ ਕੀ 에ਅਰ ਕੈਨੇਡਾ ਤਿਆਰ ਹੈ ਜਾਣ ਨੂੰ? 에ਅਰ ਕੈਨੇਡਾ ਨੇ ਕਦੀ ਅਪਲਾਈ ਕੀਤਾ ਹੈ ਜਾਣ ਨੂੰ? ਸੋ ਰਿਐਲਿਟੀ ਇਹ ਨਿਕਲੀ ਕਿ 에ਅਰ ਕੈਨੇਡਾ ਨੇ ਕਦੀ ਅਪਲਾਈ ਹੀ ਨਹੀਂ ਕੀਤਾ ਅੰਮ੍ਰਿਤਸਰ ਜਾਣ ਨੂੰ। ਇਹ ਪੁਰਾਣੇ ਸਮਝੌਤਿਆਂ ਤਹਿਤ ਅਸੀਂ ਗੱਲ ਕਰ ਰਹੇ ਹਾਂ, ਤੇ ਉਹਦੇ ਵਿੱਚ ਦੱਸਦੇ ਹਾਂ, ਜਦੋਂ ਹਵਾਈ ਸਮਝੌਤਿਆਂ ਤਹਿਤ ਲਈ ਰਾਈਟ ਟੂ ਇਨਫੋਰਮੇਸ਼ਨ ਜਿਹਨੂੰ ਐਕਟ ਕਹਿੰਦੇ ਨੇ ਇੰਡੀਆ ਦਾ, ਇੱਥੇ ਵੀ ਇੱਕ ਹੈ ਤੁਹਾਡੇ ਕੈਨੇਡਾ ਵਿੱਚ ਵੀ, ਤੇ ਉਹਦੇ ਤਹਿਤ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ, ਜੋ ਕਿ
ਮਿਨਿਸਟਰੀ ਆਫ ਸਿਵਲ ਐਵੀਏਸ਼ਨ ਤੇ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਜਿਹੜਾ ਹੈ DGCA ਉਹ ਸਲੋਟਸ ਦਿੰਦਾ ਵਾ। ਤੇ ਇਹਨਾਂ ਹਵਾਈ ਅੱਡਿਆਂ ਨੂੰ ਕਹਿੰਦੇ ਆ ਪੁਆਇੰਟ ਆਫ ਕਾਲ, 에ਅਰ ਸਰਵਿਸ ਐਗਰੀਮੈਂਟਸ ਵਿੱਚ ਪੁਆਇੰਟ ਆਫ ਕਾਲ। ਇਹ ਜਿਹੜੇ ਨੈਗੋਸ਼ੀਏਟ ਕੀਤੇ ਜਾਂਦੇ ਨੇ ਹਵਾਈ ਸਮਝੌਤੇ, ਇਹ ਜਿਹੜੇ ਹੁਣ ਹੋਏ ਨੇ, ਓਬਵੀਅਸਲੀ ਦੋਵੇਂ ਸਰਕਾਰਾਂ ਬੈਠੀਆਂ ਸਨ। ਤੁਸੀਂ ਦੇਖਿਆ ਮਿਨਿਸਟਰ ਐਲਗਾਬਰਾ ਸਨ ਜਦੋਂ ਉਹਨਾਂ ਨੇ ਇਹ ਸਾਰਾ ਬਿਆਨ ਦਿੱਤਾ, ਉੱਥੋਂ ਦੇ MP ਸਨ, ਨਾਲ ਹੀ ਭਾਰਤ ਦੇ ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ੍ਰੀਵਾਸਤਵਾ ਤੇ ਹੋਰ ਵੀ ਜਿਹੜੇ ਸਨ ਉਹ ਸੀਗੇ। ਸੋ ਇਹ ਨੈਗੋਸ਼ੀਏਸ਼ਨਸ ਹੁੰਦੀਆਂ ਨੇ। ਹੁਣ ਪੁਰਾਣੇ ਸਮਝੌਤਿਆਂ ਤਹਿਤ ਸਾਨੂੰ ਇੱਕ RTI ਮਿਲੀ ਸੀ, ਆਈ ਸੀ, ਜਿਸ ਪੁੱਛਿਆ ਗਿਆ ਸੀ ਕਿ ਇਜ਼ ਅੰਮ੍ਰਿਤਸਰ ਅ ਪੁਆਇੰਟ ਆਫ ਕਾਲ। ਇਹਨੂੰ ਕਹਿੰਦੇ ਨੇ ਪੁਆਇੰਟ ਆਫ ਕਾਲ। ਪੰਜਾਬੀਆਂ ਨੂੰ ਹੁਣ ਕੁਝ ਸਮਝ ਆ ਰਹੀ ਹੈ ਕਿ ਐਵੇਂ ਨਹੀਂ ਜਿਹੜੇ ਮਰਜ਼ੀ ਹਵਾਈ ਅੱਡੇ ਤੇ ਜਦੋਂ ਆਂਦਾ ਜਲੰਧਰ ਹਵਾਈ ਅੱਡਾ ਬਣ ਰਿਹਾ, ਲੁਧਿਆਣੇ ਬਣ ਰਿਹਾ, ਉੱਥੇ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਨਹੀਂ, ਲੋੜ ਹੁੰਦੀ ਹੈ ਪੁਆਇੰਟ ਆਫ ਕਾਲ ਦੀ। ਸੋ ਇਹ ਜਵਾਬ ਆਇਆ ਕਿ ਕੈਨੇਡੀਅਨ 에ਅਰਲਾਈਨਸ ਨੂੰ ਅੰਮ੍ਰਿਤਸਰ ਪੁਆਇੰਟ ਆਫ ਕਾਲ ਅਵੇਲੇਬਲ ਹੈ। ਨਾਲ ਦੀ ਨਾਲ ਇੱਕ ਯੂਨੀਅਨ ਗਵਰਨਮੈਂਟ ਦਾ ਡਾਕੂਮੈਂਟ ਵੀ ਹੈ, ਉਹ ਇੰਟਰਨੈਟ ਤੇ ਪਿਆ ਵਾ। ਉਹ 'ਚ ਇਹ ਲਿਖਿਆ ਵਾ ਕਿ ਕੈਨੇਡੀਅਨ ਕੈਰੀਅਰਸ ਕੈਨ ਫਲਾਈ ਟੂ 6 에ਅਰਪੋਰਟ, ਜਿਹੜੇ ਕਿ ਆਲਰੇਡੀ ਹੈਗੇ ਨੇ 6। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 6 에ਅਰਪੋਰਟਸ ਪਲੱਸ ਐਨੀ ਐਡੀਸ਼ਨਲ 6 에ਅਰਪੋਰਟਸ। ਇਹ ਇੱਕ ਡਾਕੂਮੈਂਟ ਹੈ ਯੂਨੀਅਨ ਗਵਰਨਮੈਂਟ ਦਾ, ਭਾਰਤ ਦਾ ਇੱਕ ਐਵੀਏਸ਼ਨ ਪਾਲਿਸੀ ਦਾ ਜਿਹੜਾ ਉਹਨਾਂ ਡਾਕੂਮੈਂਟ ਸੀਗਾ, ਉਹ ਉੱਥੇ ਪਿਆ। ਉਹ 'ਚ ਉਹਨਾਂ ਨੇ ਇਹ ਜਿਹੜੇ ਲਿਸਟ ਹੈ ਡਿਫਰੈਂਟ ਐਗਰੀਮੈਂਟਸ ਦੇ ਉਹ ਦਿੱਤੀ ਹੈ। ਸੋ ਭਾਰਤ ਨੇ ਖਾਸ ਕਰਕੇ ਜਿਹੜੇ 5000 ਕਿਲੋਮੀਟਰ ਤੋਂ ਘੱਟ ਨੇ ਮਿਡਲ ਈਸਟਰਨ ਕੈਰੀਅਰਸ, ਉਹਨਾਂ ਨੂੰ ਉਹ ਨਾਨ ਮੈਟਰੋ 에ਅਰਪੋਰਟ ਜਿਹੜੇ ਨੇ ਹੋਰ ਐਨੀ ਮੋਰ ਹੋਰ ਨਵੇਂ 에ਅਰਪੋਰਟਸ ਤੇ ਉਹਨਾਂ ਨੂੰ ਬਾਇਲੇਟਰਲ ਜਾਂ ਪੁਆਇੰਟ ਆਫ ਕਾਲ ਨਹੀਂ ਦੇ ਰਿਹਾ। ਜਿਹੜੇ ਇਹ ਸਮਝੌਤੇ 'ਚ 2011 'ਚ ਲਿਖਿਆ ਹੈ, ਉੱਤੇ ਸਾਫ਼ ਲਿਖਿਆ ਹੈ ਕਿ 35 ਫਲਾਈਟਸ ਪਲੱਸ 6 에ਅਰਪੋਰਟਸ ਇੰਡੀਆ ਦੇ ਪਲੱਸ ਐਨੀ 6 에ਅਰਪੋਰਟਸ ਵਿਚ ਕੈਨੇਡਾ ਵਾਂਟਸ। ਸੋ ਪਹਿਲਾਂ ਮਿਨਿਸਟਰ ਐਲਗਾਬਰਾ ਜਾਂ ਇਹ ਗੱਲ ਆਈ, 에ਅਰ ਕੈਨੇਡਾ ਨੇ ਵੀ ਸਾਨੂੰ 2019 ਚ ਮੀਟਿੰਗ 'ਚ ਕਿਹਾ ਕਿ ਅਸੀਂ ਅੰਮ੍ਰਿਤਸਰ ਜਾ ਸਕਦੇ ਹਾਂ ਜੇ ਅਸੀਂ ਅਪਲਾਈ ਕਰੀਏ। ਬਾਅਦ 'ਚ ਹੁਣ ਪਟੀਸ਼ਨ ਪਈ, ਇਹ ਗੱਲ ਸ਼ੁਰੂ ਹੋ ਗਈ ਕਿ ਹਾਂਜੀ ਕੈਨੇਡੀਅਨ ਕੈਰੀਅਰਸ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਦੋਂ 에ਅਰ ਕੈਨੇਡਾ ਨਾਲ ਮੀਟਿੰਗ ਵੀ ਕੀਤੀ ਅਸੀਂ, ਉਦੋਂ ਵੀ ਉਹਨਾਂ ਨੇ ਇਹ ਗੱਲ ਨਹੀਂ ਕਿ ਉਹਨਾਂ ਨੇ ਇਹੋ ਸਾਡੀਆਂ ਗੱਲਾਂ ਸੁਣੀਆਂ, ਪਰ ਇਹ ਗੱਲ ਵਿੱਚੋਂ ਫਿਰ ਨਿਕਲਦੀ ਰਹੀ ਕਿ ਕੈਨੇਡੀਅਨ ਕੈਰੀਅਰਸ ਜਿਹੜੇ ਨੇ ਉਹ ਅੰਮ੍ਰਿਤਸਰ ਨਹੀਂ ਜਾ ਸਕਦੇ, ਪਹਿਲਾਂ ਹਵਾਈ ਸਮਝੌਤਿਆਂ 'ਚ ਮੋਡੀਫਿਕੇਸ਼ਨ ਕੀਤੀ ਜਾਵੇ। ਹੁਣ ਇਹ ਸਾਨੂੰ ਨਹੀਂ ਪਤਾ, ਜੋ ਸਾਨੂੰ ਫੈਕਟ ਨੇ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪਿੱਛੇ ਸਮਝੌਤਿਆਂ 'ਚ ਕੀ ਹੈ, ਜਦੋਂ ਇਹ ਕੈਨੇਡਾ ਦੇ ਟਰਾਂਸਪੋਰਟ ਡਿਪਾਰਟਮੈਂਟ ਜਾਣਦਾ ਹੋਏਗਾ, ਪਰ ਇਹ ਜੋ ਲਿਖਿਆ ਹੈ ਡਾਕੂਮੈਂਟਸ ਵਿੱਚ, ਉਹਨਾਂ ਦਾ DGCA ਵੀ ਆਇਆ, ਹੋ ਸਕਦਾ ਉਹਨਾਂ ਨੇ ਗਲਤ ਦਿੱਤਾ ਹੋਵੇ ਕਿ ਕੈਨੇਡੀਅਨ ਕੈਰੀਅਰਸ ਅੰਮ੍ਰਿਤਸਰ ਆ ਸਕਦੇ ਨੇ। ਪਰ ਵੱਡੀ ਗੱਲ ਹੈ ਕਿ ਕੈਨੇਡੀਅਨ ਕੈਰੀਅਰਸ ਨੇ ਕਦੀ ਅਪਲਾਈ ਨਹੀਂ ਕੀਤਾ। ਜੇ ਸਲੋਟ ਅਪਲਾਈ ਕਰਨ ਤੇ ਫਿਰ ਇਹ ਗੱਲ ਪਤਾ ਲੱਗੇ ਜਾਂ ਉਹ ਅਗਰੀ ਕਰਨ। ਸੋ ਜਿਹੜੇ ਪਿਛਲੇ ਐਗਰੀਮੈਂਟਸ ਦੇ ਤਹਿਤ ਅਸੀਂ ਗੱਲ ਕਰ ਰਹੇ ਹਾਂ, ਕੀ ਉਦੋਂ ਇਹ 에ਅਰਪੋਰਟ ਸਨ ਤੇ ਹੁਣ ਇਹ ਕੱਢ ਦਿੱਤੇ ਗਏ ਨੇ ਐਡੀਸ਼ਨਲ 6, ਇਹ ਅਸੀਂ ਨਹੀਂ ਜਾਣਦੇ। ਪਰ ਕੁਝ ਇੰਟਰਵਿਊ ਜੋ ਸੁਣ ਰਹੇ ਹਾਂ, ਕਾਫੀ ਲੋਕ ਸਾਨੂੰ ਵੀ ਪੁੱਛ ਰਹੇ ਨੇ ਕਿ ਇਹਦਾ ਫਾਇਦਾ ਪੰਜਾਬ ਨੂੰ ਹੋਏਗਾ ਕਿ ਨਹੀਂ ਹੋਏਗਾ। ਤੇ ਇਹਦੇ ਵਿੱਚ ਦੱਸ ਦਈਏ ਕਿ ਜੇ ਤੇ ਐਗਰੀਮੈਂਟ ਕਹਿ ਰਿਹਾ ਹੈ, ਪਰ ਉਹਨਾਂ ਨੇ ਕਿ 6 에ਅਰਪੋਰਟਸ ਤੇ ਜਾ ਸਕਦੇ ਨੇ। ਜੇਕਰ 1 ਸਾਲ ਨੂੰ 1.5 ਸਾਲ ਨੂੰ 에ਅਰ ਕੈਨੇਡਾ ਜਾਂ ਵੈਸਟ ਜੈਟ ਜਾਂ ਕੋਈ ਹੋਰ 에ਅਰਲਾਈਨ ਜਾਣੀ ਚਾਹਵੇ, ਤੇ ਉਹਦੇ ਤਹਿਤ ਇਹ ਡਿਪੈਂਡ ਕਰੇਗਾ ਅਮੈਂਡਮੈਂਟਸ ਵਿੱਚ ਜਾਂ ਕਿਸ ਤਰ੍ਹਾਂ ਵੀ ਹੈ ਕੇਸ ਪ੍ਰੈਜ਼ੈਂਟ ਹੁੰਦਾ ਹੈ, ਤੇ ਫਿਰ ਅੰਮ੍ਰਿਤਸਰ ਪੁਆਇੰਟ ਆਫ ਕਾਲ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਨਹੀਂ। ਜੇਕਰ ਹੁਣ ਲਿਖਿਆ ਜਾਂਦਾ ਤੇ ਹੋ ਸਕਦਾ ਹੈ ਫਿਰ ਈਜ਼ੀ ਸੀਗਾ। ਹੁਣ ਕਾਫੀ ਇਹ ਗੱਲ ਹੋਰ ਆ ਰਹੀ ਹੈ ਕਿ 6 에ਅਰਪੋਰਟ ਜਿਹੜੇ ਨੇ ਭਾਰਤ ਦੇ ਉਹ ਟੀਅਰ 1 ਦੇ ਨੇ, ਅੰਮ੍ਰਿਤਸਰ ਟੀਅਰ 2 ਜਾਂ ਟੀਅਰ 3 ਜਾਂ ਇਹਨਾਂ 에ਅਰਪੋਰਟਸ ਵਿੱਚ ਆਉਂਦਾ ਹੈ। ਇਹ ਗੱਲ ਬਿਲਕੁਲ ਸਹੀ ਹੈ। ਭਾਰਤ ਦੇ ਜਿਹੜੇ ਕਈ ਹਵਾਈ ਅੱਡੇ ਨੇ ਉਹਨਾਂ ਨੂੰ ਟੀਅਰ 1, ਕਿਉਂਕਿ ਇਹ ਸਭ ਤੋਂ ਵੱਡੇ ਹਵਾਈ ਅੱਡੇ ਨੇ ਉਹਨਾਂ ਦੇ, ਕੁਝ ਪ੍ਰਾਈਵੇਟ ਨੇ ਕੁਝ ਸਰਕਾਰੀ ਨੇ। ਸੋ ਇਹ ਨਾ ਕਹੀਏ ਕਿ ਪ੍ਰਾਈਵੇਟ ਜਾਂ ਕਿਸ ਤਰ੍ਹਾਂ ਵੀ ਹੈ, ਪਰ ਕੁਝ ਪ੍ਰਾਈਵੇਟ ਨੇ। ਕੋਲਕਾਤਾ ਹਾਲੇ ਵੀ ਸਰਕਾਰੀ ਹੈ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ। ਪਰ ਵੱਡੀ ਗੱਲ ਇਹ ਕਹਿ ਰਹੇ ਨੇ ਕਿ ਕੋਲਕਾਤਾ ਦੇ ਪੰਜਾਬੀ ਇੱਥੇ ਕੋਈ ਰਹਿੰਦੇ ਨਹੀਂ ਹੈ। ਸੋ ਇਹ ਇੰਡੀਆ ਕਿਉਂ ਕਰ ਰਿਹਾ ਇਸ ਤਰ੍ਹਾਂ? ਸੋ ਇੰਡੀਆ ਨੇ ਇੱਕ ਪਾਲਿਸੀ ਬਣਾਈ ਸੀ, ਓਪਨ ਸਕਾਈ ਪਾਲਿਸੀ, ਕਾਫੀ ਮੁਲਕਾਂ ਨੇ ਬਣਾਈ ਹੈ। ਕੈਨੇਡਾ ਵਾਲੇ ਉਹਨੂੰ ਬਲੂ ਸਕਾਈ ਕਹਿੰਦੇ ਨੇ। ਉਹਦੇ ਤਹਿਤ ਉਹਨਾਂ ਨੇ ਕਿਹਾ, ਉਹਨਾਂ ਨੇ 6 에ਅਰਪੋਰਟ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹ ਸਾਡੀਆਂ ਮੇਨ ਹਬ ਜ਼ੋਨ। ਇਸ ਤਹਿਤ ਈਵਨ ਨੈਦਰਲੈਂਡਸ, ਹਾਲੈਂਡ, ਉਹਨਾਂ ਨਾਲ ਵੀ ਓਪਨ ਸਕਾਈ ਹੈ ਤੇ ਕੋਡ ਸ਼ੇਅਰ ਨਾਲ ਫਲਾਈਟਸ ਅੰਮ੍ਰਿਤਸਰ ਆ ਸਕਦੀਆਂ। ਜਿਵੇਂ KLM ਦੀ ਫਲਾਈਟ ਹੁਣ ਇੰਡੀਗੋ ਨਾਲ ਕੋਡ ਸ਼ੇਅਰ ਕੀਤਾ ਹੋਇਆ, ਪਹਿਲਾਂ ਜੈਟ 에ਅਰਵੇਜ਼ ਨਾਲ ਸੀ ਤੇ ਉਹ ਦਿੱਲੀ ਅੰਮ੍ਰਿਤਸਰ ਨਾਲ ਕਨੈਕਟ ਕਰਦੇ ਸਨ। ਇਸੇ ਤਰ੍ਹਾਂ ਅਹਿਮਦਾਬਾਦ ਤੇ ਹੋਰ 에ਅਰਪੋਰਟਸ ਨਾਲ। ਇਸੇ ਤਰ੍ਹਾਂ ਹੋਰ ਮੁਲਕ ਨੇ ਯੂਰਪ ਦੇ, ਉਹਨਾਂ ਨਾਲ ਉਹਨਾਂ ਦੀ ਇਸ ਤਰ੍ਹਾਂ ਓਪਨ ਸਕਾਈ ਪਾਲਿਸੀ ਹੈ।
ਯੂਕੇ ਦੇ ਨਾਲ ਜਿਹੜੀ ਪਾਲਿਸੀ ਹੈ ਉਹਦੇ ਵਿੱਚ ਦਿੱਲੀ ਇਹ 6 ਹਵਾਈ ਅੱਡਿਆਂ ਤੇ ਅਨਲਿਮਿਟਿਡ ਫਲਾਈਟਸ ਨਹੀਂ ਨੇ, ਉਹਨਾਂ ਨਾਲ ਰਿਸਟ੍ਰਿਕਟ ਕੀਤਾ ਹੋਇਆ ਉਹਨਾਂ ਨੇ। ਪਰ ਭਾਰਤ ਇਨਕਰੇਜ ਕਰ ਰਿਹਾ ਹੈ ਕਿ ਯੂਕੇ ਦੇ ਬਾਕੀ ਭਾਰਤ ਦੇ ਬਾਕੀ ਹਵਾਈ ਅੱਡਿਆਂ ਨੂੰ ਯੂਕੇ ਤੋਂ ਫਲਾਈਟਸ ਹੋਣ। ਸੋ ਅੰਮ੍ਰਿਤਸਰ ਲਈ ਜੋ ਹਵਾਈ ਸਮਝੌਤੇ ਨੇ, ਯੂਕੇ ਦੀਆਂ 에ਅਰਲਾਈਨਸ 7 ਫਲਾਈਟਾਂ ਜਿਹੜੀਆਂ ਨੇ ਹਫਤੇ ਦੀਆਂ ਅੰਮ੍ਰਿਤਸਰ ਲਿਆ ਸਕਦੀਆਂ ਨੇ, ਤੇ ਹੋਰਨਾਂ 에ਅਰਪੋਰਟ ਚੰਡੀਗੜ੍ਹ ਵੀ ਉਹਦੇ 'ਚ ਹੈਗਾ ਹੈ। ਸੋ ਵਾਪਸ ਆਈਏ ਕਿ ਅਸੀਂ ਨਹੀਂ ਜਾਣਦੇ ਕਿ ਟੇਬਲ ਤੇ ਜਦੋਂ ਗੱਲ ਹੋਈ ਲਿਖਤੀ ਜਾਂ ਵਰਬਲੀ ਆਈ, ਅਸੀਂ ਨਹੀਂ ਜਾਣਦੇ ਕਿ ਉਦੋਂ ਅੰਮ੍ਰਿਤਸਰ ਡਿਸਕਸ ਹੋਇਆ। ਇਹ ਗੱਲ ਜ਼ਰੂਰ ਹੈ ਜੋ ਮੈਨੂੰ ਜਾਣਕਾਰੀ ਹੈ ਕਿ ਇਹ ਟੀਅਰ 1 에ਅਰਪੋਰਟਸ ਨੂੰ ਉਹਨਾਂ ਨੇ ਪ੍ਰੈਫਰੈਂਸ ਦਿੱਤੀ ਹੋਈ ਹੈ, ਆਪਣੀ ਸਿਵਲ ਐਵੀਏਸ਼ਨ ਪਾਲਿਸੀ ਵਿੱਚ ਵੀ ਲਿਖਿਆ ਹੈ। ਹੁਣ ਕਾਫੀ ਡਿਸਕਸ਼ਨ ਹੋ ਸਕਦੀ ਹੈ ਕਿ ਜੇ ਇਸ ਜ਼ੋਰ ਪਾਉਣ ਜਾਂ ਇਹ ਮੰਨਣ ਨਾ, ਇਹ ਮੰਨਦੇ ਨਾ, ਇਹ ਸਵਾਲ ਬਹੁਤ ਨੇ। ਕੋਈ ਕਹਿ ਰਿਹਾ ਹੈ ਇੰਡੀਆ ਅੰਮ੍ਰਿਤਸਰ ਨੂੰ ਨਹੀਂ ਦਿੰਦਾ। ਜੇ ਅੰਮ੍ਰਿਤਸਰ ਨੂੰ ਨਹੀਂ ਦੇ ਰਿਹਾ ਤੇ ਹੋ ਸਕਦਾ ਅਹਿਮਦਾਬਾਦ ਵੀ ਤੇ ਹੈਗਾ, ਕਾਫੀ ਗੁਜਰਾਤ ਤੋਂ ਵੀ ਲੋਕ ਰਹਿੰਦੇ ਨੇ, ਅਸੀਂ ਕੱਲ ਡਿਸਕਸ ਕਰ ਸਕਦੇ ਹਾਂ। ਸੋ ਅੰਮ੍ਰਿਤਸਰ ਯੂਕੇ ਦੀਆਂ 에ਅਰਲਾਈਨਸ ਨੂੰ ਮਿਲਿਆ ਹੋਇਆ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਨੈਗੋਸ਼ੀਏਸ਼ਨ, ਇਟਸ ਕਾਲਡ 에ਅਰ ਸਰਵਿਸ ਐਗਰੀਮੈਂਟ ਨੈਗੋਸ਼ੀਏਸ਼ਨ। ਅਸੀਂ ਨਹੀਂ ਜਾਣਦੇ ਉੱਥੇ ਕੀ ਨੈਗੋਸ਼ੀਏਸ਼ਨਸ ਹੋਈਆਂ, ਪਰ ਫਿਰ ਮੈਂ ਦੱਸ ਦਵਾਂ ਕਿ ਇਹਦੇ ਤਹਿਤ 6 ਹਵਾਈ ਅੱਡੇ ਜਿਹੜੇ ਨੇ ਟੀਅਰ 1, ਤੇ ਓਬਵੀਅਸਲੀ ਦੇ ਸੇ ਕਿ ਅਸੀਂ ਜਿਹੜਾ ਹੈ ਚਾਹੁੰਦੇ ਹਾਂ ਕਿ ਇਹਨਾਂ 6 ਤੇ ਜਾਣ ਤੇ ਬਾਕੀ ਡੋਮੈਸਟਿਕ ਜਿਹੜਾ ਹੈ ਅਸੀਂ ਨੈਟਵਰਕ ਕਵਰ ਕਰੀਏ, ਆਪਣੇ ਡੋਮੈਸਟਿਕ ਜਾਂ ਜੋ ਵੀ 에ਅਰਲਾਈਨਸ ਜਿਹੜੇ ਡੋਮੈਸਟਿਕ ਨੈਟਵਰਕ ਸਾਡੀਆਂ 에ਅਰਲਾਈਨਸ ਨਾਲ, ਤਾਂ ਜੋ ਉਹਨਾਂ ਨੂੰ ਵੀ ਸਵਾਰੀਆਂ ਮਿਲਣ। ਇਹਦੇ ਨਾਲ ਕੀ ਹੁੰਦਾ ਹੈ, 에ਅਰਲਾਈਨ ਜਿਹੜੀ ਹੈ 에ਅਰ ਕੈਨੇਡਾ ਜੇ ਵਿਸਤਾਰਨਾ ਕੀਤਾ ਹੈ ਤੇ ਕੁਝ ਹਿੱਸਾ ਜਿਹੜਾ ਟਿਕਟ ਦਾ ਹੈ ਉਹਨਾਂ ਨੂੰ ਜਾਂਦਾ ਹੈ। ਅਸੀਂ ਕੋਈ ਇੰਨੇ ਵੱਡੇ ਐਕਸਪਰਟ ਨਹੀਂ, ਅਸੀਂ ਜਬ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਐਜ਼ ਅ ਵਲੰਟੀਅਰ, ਅਸੀਂ ਸੇਵਾ ਹੈ ਕਿ ਜਿਹਦੇ ਨਾਲ 에ਅਰਲਾਈਨਸ ਨੂੰ ਰੀਚ ਕਰ ਰਹੇ ਹਾਂ। ਇਹ ਪਟੀਸ਼ਨ ਐਡਵੋਕੇਸੀ ਇਹ ਸਾਰਾ ਕੀਤਾ ਗਿਆ। ਮੈਂ ਇੱਕ ਸਿੰਪਲ ਐਗਜ਼ਾਮਪਲ ਦੇ ਦਿੰਦਾ ਕਿ ਅਸੀਂ ਨਹੀਂ ਜਾਣਦੇ ਕਿ ਕੈਨੇਡਾ ਵਾਲਿਆਂ ਨੇ ਜ਼ੋਰ ਕਿੰਨਾ ਪਾਇਆ ਮੀਟਿੰਗ ਵਿੱਚ ਤੇ ਕਿਹੜੀ ਐਡਵੋਕੇਸੀ ਦੀ ਗੱਲ ਕਰ ਰਿਹਾ ਹੈ। ਪਰ ਮੈਂ ਦੱਸ ਦਵਾਂ ਅਗਸਤ ਵਿੱਚ 2022 ਵਿੱਚ ਜਿਹੜੇ ਭਾਰਤ ਦੇ ਮੰਤਰੀ ਨੇ ਸ੍ਰੀ ਸਿੰਧਿਆ ਜੀ, ਉਹਨਾਂ ਨੂੰ ਇੱਕ ਲੈਟਰ ਲਿਖੀ ਸੀ ਤੇ ਉਹਨਾਂ ਦਾ ਜਵਾਬ ਆਇਆ ਸੀ ਅੰਮ੍ਰਿਤਸਰ ਵਿਕਾਸ ਮੰਚ ਨੂੰ, ਜਿਸ 'ਚ ਅਸੀਂ ਮੰਗਿਆ ਸੀ ਕਿ ਜਿਹੜੇ UAE, ਓਮਾਨ ਜਿਹੜੀਆਂ 에ਅਰਲਾਈਨਸ ਨੇ, ਭਾਰਤ ਨੇ ਸਾਫ਼ ਨਾ ਕੀਤੀ ਹੋਈ ਕਿ ਇਹਨਾਂ ਕੋਲ ਆਲਰੇਡੀ ਬੜੀਆਂ 에ਅਰਪੋਰਟ ਨੇ, 12 에ਅਰਪੋਰਟ ਨੇ ਇਹਨਾਂ ਕੋਲ, ਕਈਆਂ ਕੋਲ, ਤੇ ਬਹੁਤ ਸਾਰੀਆਂ ਸੀਟਾਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਤੇ ਸਾਡੀਆਂ 에ਅਰਲਾਈਨਸ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਸੇ ਤਰ੍ਹਾਂ ਕੈਨੇਡਾ ਵੀ ਜਿਹੜਾ ਹੈ ਮਿਡਲ ਈਸਟਰਨ ਕੈਰੀਅਰਸ ਨੂੰ ਇੰਨੀਆਂ ਫਲਾਈਟਸ ਦੀ ਪਰਮਿਸ਼ਨ ਨਹੀਂ ਦੇ ਰਿਹਾ। ਐਮੀਰੇਟਸ 7 ਦਿਨ ਜਾਂ ਕਿੰਨੇ ਦਿਨ ਇੱਥੇ ਟੋਰਾਂਟੋ ਨਹੀਂ ਆਉਂਦੀ, ਐਮੀਰੇਟਸ ਵੈਂਕੂਵਰ ਨਹੀਂ ਜਾ ਸਕਦੀ, ਕਤਰ 에ਅਰਵੇਜ਼ ਵੈਂਕੂਵਰ ਨਹੀਂ ਜਾ ਸਕਦੀ। ਸੋ ਰਿਸਟ੍ਰਿਕਟਿਡ ਨੇ। ਉਹ ਕਹਿੰਦੇ ਨੇ ਅਸੀਂ ਜਾਵਾਂਗੇ ਦੁਬਈ ਤੇ ਤੁਸੀਂ ਦੁਬਈ ਤੋਂ ਗਾਂ ਕਨੈਕਟ ਕਰ ਦਿਓ। ਸੋ ਇਸੇ ਤਰ੍ਹਾਂ ਭਾਰਤ ਵੀ ਆਪਣੀ 에ਅਰਲਾਈਨਸ ਨੂੰ ਪ੍ਰੋਟੈਕਟ ਕਰਨ ਲਈ ਇਹ ਕਰ ਰਿਹਾ। ਇਸ ਸਮੇਂ 2009 'ਚ ਜਦੋਂ ਅਮੈਂਡ ਹੋਏ ਉਹ 'ਚ ਅੰਮ੍ਰਿਤਸਰ ਨਹੀਂ ਪਿਆ, ਬਾਕੀ 12 에ਅਰਪੋਰਟ ਪੈ ਗਏ। ਇਹ ਪੰਜਾਬ ਸਰਕਾਰ ਦਾ ਵੀ ਅਸੀਂ ਕਹਾਂਗੇ ਦੋਵੇਂ ਪਾਸਿਓਂ ਕਸੂਰ ਹੈ ਜੀ ਇਸ ਸਮੇਂ। ਜੇ ਕੈਨੇਡਾ ਨੇ ਨਹੀਂ ਕੀਤਾ ਤੇ ਇੰਡੀਆ ਦਾ ਵੀ ਕਸੂਰ ਹੋਏਗਾ ਕਿ ਉਹ ਕਹਿੰਦੇ ਅਸੀਂ ਅੰਮ੍ਰਿਤਸਰ ਦੇਣਾ ਨਹੀਂ ਹੈ। ਪਰ ਜੋ ਉਹਨਾਂ ਨੇ ਜਵਾਬ ਲਿਖਿਆ ਹੈ ਉਹ ਮੈਂ ਪੜ੍ਹ ਦੇਣਾ। ਉਹਨਾਂ ਨੇ ਕਿਹਾ ਹੈ ਕਿ ਬਾਇਲੇਟਰਲ ਸਾਈਨ ਜਿਹੜੇ ਹੁੰਦੇ ਨੇ ਉਹ ਇੰਡੀਆ ਤੇ ਰਿਸਪੈਕਟਿਵ ਕੰਟਰੀ ਨਾਲ ਹੁੰਦੇ ਆ, ਤੇ ਐਨੀ ਫੋਰਨ 에ਅਰਲਾਈਨ ਕੈਨ ਆਪਰੇਟ ਟੂ ਅ ਪੁਆਇੰਟ ਆਫ ਕਾਲ। ਪੁਆਇੰਟ ਆਫ ਕਾਲ ਕਹਿੰਦੇ ਨੇ ਉਹਨਾਂ ਨੂੰ ਇਨ ਇੰਡੀਆ, ਪੁਆਇੰਟ ਇਨ ਇੰਡੀਆ ਇਫ ਇਟਸ ਅ ਡੈਜ਼ਿਗਨੇਟਿਡ ਪੁਆਇੰਟ ਆਫ ਕਾਲ। ਸੋ ਪੁਆਇੰਟ ਆਫ ਕਾਲ ਜਿਹੜੇ ਨੇ 6 에ਅਰਪੋਰਟ ਜਿਹੜੇ ਨੇ ਉਹ ਹੁਣ ਮਿਲੇ ਨੇ ਕੈਨੇਡਾ ਦੀ 에ਅਰਲਾਈਨਸ ਨੂੰ। ਸੋ ਦ ਗਵਰਨਮੈਂਟ ਆਫ ਇੰਡੀਆ ਇਜ਼ ਪ੍ਰਮੋਟਿੰਗ ਮੋਰ ਇੰਟਰਨੈਸ਼ਨਲ ਆਪਰੇਸ਼ਨਸ ਬਾਈ ਇੰਡੀਅਨ ਕੈਰੀਅਰਸ। ਉਹ ਪ੍ਰਮੋਟ ਕਰ ਰਹੇ ਨੇ ਜ਼ਿਆਦਾ ਇੰਟਰਨੈਸ਼ਨਲ ਆਪਰੇਸ਼ਨਸ ਬਾਈ ਇੰਡੀਅਨ ਕੈਰੀਅਰਸ। ਇਸੇ ਕਰਕੇ ਅੰਮ੍ਰਿਤਸਰ ਤੋਂ ਦੁਬਈ ਦੀਆਂ ਰੋਜ਼ ਦੀਆਂ, ਦੁਬਈ ਤੇ ਸ਼ਾਰਜਾ ਦੀ 2-2 ਫਲਾਈਟਸ ਨੇ ਰੋਜ਼ ਦੀਆਂ। 에ਅਰ ਇੰਡੀਆ ਐਕਸਪ੍ਰੈਸ, ਸਪਾਈਸ ਜੈਟ ਤੇ ਇੰਡੀਗੋ ਆਪਰੇਟ ਕਰਦੀ ਹੈ। ਲੰਡਨ ਵੀ ਜਿਹੜਾ ਹੈ ਉਹ 에ਅਰ ਇੰਡੀਆ ਆਪਰੇਟ ਕਰ ਰਹੀ ਹੈ। ਓਬਵੀਅਸਲੀ ਬ੍ਰਿਟਿਸ਼ 에ਅਰਵੇਜ਼ ਨੇ ਕਦੀ ਇੰਟਰਸਟ ਨਹੀਂ ਦਿਖਾਇਆ ਅੰਮ੍ਰਿਤਸਰ 'ਚ। ਸੋ ਇਹ ਗੱਲਾਂ ਅਜ਼ੰਪਸ਼ਨਸ ਦੀਆਂ ਨੇ ਕਿ ਉਹ ਕੋਵਿਡ ਦੇ ਦੌਰਾਨ ਆਏ ਸਨ, ਪਰ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਕੋਲ ਅੰਮ੍ਰਿਤਸਰ ਹਾਲੇ, ਕਿਉਂਕਿ ਉਹਨਾਂ ਦੀ ਬਹੁਤ 에ਅਰਕ੍ਰਾਫਟ 'ਚ ਬਿਜ਼ਨਸ ਕਲਾਸ ਸੀਟਸ ਹੁੰਦੀਆਂ ਨੇ। ਬਟ ਖੈਰ ਵਾਪਸ ਫਿਰ ਆਈਏ ਮੁੱਦੇ ਤੇ। ਗਵਰਨਮੈਂਟ ਆਫ ਇੰਡੀਆ ਫੋਲੋਜ਼ ਅ ਪਾਲਿਸੀ ਮੋਰ ਇੰਟਰਨੈਸ਼ਨਲ ਆਪਰੇਸ਼ਨਸ ਬਾਈ ਇੰਡੀਅਨ ਕੈਰੀਅਰਸ ਫਰਮ ਨਾਨ ਮੈਟਰੋ 에ਅਰਪੋਰਟਸ। ਸੋ ਉਹ ਕਹਿੰਦੇ ਨੇ ਕਿ ਅਸੀਂ ਨਾਨ ਮੈਟਰੋ 에ਅਰਪੋਰਟਸ ਤੋਂ ਜ਼ਿਆਦਾ ਚਾਹੁੰਦੇ ਹਾਂ ਕਿ ਇੰਡੀਅਨ ਕੈਰੀਅਰਸ ਆਪਰੇਟ ਕਰਨ। ਸੋ ਅਸੀਂ ਕਿਸੇ ਸਰਕਾਰ ਦੇ ਹੱਕ ਜਾਂ ਖਿਲਾਫ ਜਾਂ ਕੋਈ ਅਸੀਂ ਕੋਈ ਗੱਲ ਨਹੀਂ ਕਰ ਰਹੇ। ਵੀ ਆਰ ਰੀਚਿੰਗ ਆਊਟ ਟੂ ਈਚ ਐਂਡ ਐਵਰੀਬਡੀ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਭਾਵੇਂ ਸਰਕਾਰ ਕੈਨੇਡਾ ਦੀ ਹੋਵੇ ਭਾਵੇਂ ਇੰਡੀਆ ਦੀ ਹੋਵੇ, nothing can be achieved without talking and writing to them.
ਸੋ ਇਹ ਜਿਹੜਾ ਜਵਾਬ ਹੈ ਉਹਨਾਂ ਨੇ ਮਾਨਯੋਗ ਮੰਤਰੀ ਨੇ ਉਹਨਾਂ ਨੇ ਦਿੱਤਾ ਸੀਗਾ ਤੇ ਅਸੀਂ ਵੀ ਉਹਨਾਂ ਨੂੰ ਇਹ ਲਿਖਿਆ ਹੈ ਕਿ ਜੇ ਉਹਨਾਂ ਦੀਆਂ 에ਅਰਲਾਈਨਸ ਆਪਰੇਟ ਨਹੀਂ ਕਰਨਾ ਚਾਹੁੰਦੀਆਂ ਭਾਰਤ ਦੀਆਂ ਤੇ ਜੇ ਪੋਟੈਂਸ਼ੀਅਲ ਹੈਗੀ ਹੈ ਉਸ ਰੂਟ ਤੇ ਫਿਰ ਕਿਉਂ ਨਾ ਉਹਨਾਂ ਦੂਜੀ 에ਅਰਲਾਈਨਸ ਨੂੰ ਆਪਰੇਟ ਕੀਤਾ ਜਾਵੇ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕਾਫੀ ਡਿਸਕਸ਼ਨ ਪੁਆਇੰਟਸ ਨੇ, ਪਰ ਮੈਂ ਜਿਹੜੀ ਟੈਕਨੀਕਲ ਗੱਲ ਜਿਹੜੀ ਸਮਝਾ ਰਿਹਾ ਵਾਂ ਕਿ ਹੁਣ ਭਾਰਤ ਦੀਆਂ 에ਅਰਲਾਈਨਸ ਕੈਨੇਡਾ ਨੂੰ ਅੰਮ੍ਰਿਤਸਰ ਤੋਂ ਆਪਰੇਟ ਕਰ ਸਕਦੀਆਂ ਨੇ। ਜੀ ਹਾਂ, ਕੀ ਇਹ ਬਹੁਤ ਸਮਝੌਤਾ ਸਾਡੇ ਲਈ ਬਹੁਤ ਲਾਹੇਵੰਦ ਹੈ। ਜੋ ਕੈਨੇਡੀਅਨ ਜੇ ਤੁਸੀਂ ਗੱਲ ਕਰੋ, ਜੇ ਅੱਜ ਕੈਲਗਰੀ ਤੋਂ ਦਿੱਲੀ 7, ਐਡਮਿੰਟਨ ਤੋਂ 7 ਜੇ 에ਅਰ ਇੰਡੀਆ ਜਾਂ 에ਅਰ ਕੈਨੇਡਾ ਸ਼ੁਰੂ ਕਰਨੀਆਂ ਚਾਹਣ ਸਾਰਿਆਂ ਤੋਂ 6 ਦੇ 6 에ਅਰਪੋਰਟ ਤੇ ਉਹ 7 ਛੀਕ 42 ਬਣਦੇ ਨੇ। ਸੋ ਉਸ ਹਿਸਾਬ ਨਾਲ ਇਹ ਚੰਗੀ ਗੱਲ ਹੈ। ਪਰ ਜੇ ਅਸੀਂ ਪੰਜਾਬੀ ਦੀ ਗੱਲ ਕਰੀਏ ਤੇ ਇਸ ਸਮੇਂ ਜੇ ਉਹ ਕਹਿ ਰਹੇ ਨੇ, ਸਾਡੇ MP ਵੀ ਕਹਿ ਰਹੇ ਨੇ, ਮਾਫ ਕਰਨਾ ਮਾਨਯੋਗ, ਉਹ ਕਹਿ ਰਹੇ ਨੇ ਕਿ ਇਹਦੇ ਨਾਲ ਕਨੈਕਸ਼ਨ ਕੋਡ ਸ਼ੇਅਰ ਮਿਲ ਜਾਏਗਾ। ਕੋਡ ਸ਼ੇਅਰ ਇਸ ਸਮੇਂ ਆਲਰੇਡੀ ਹੈਗਾ ਵਾ, ਵਿਸਤਾਰਾ ਦੇ ਨਾਲ ਕੋਡ ਸ਼ੇਅਰ ਆ। 에ਅਰ ਕੈਨੇਡਾ ਦੀ ਫਲਾਈਟ ਰਾਤ ਨੂੰ 9 ਵਜੇ ਪਹੁੰਚਦੀ ਹੈ ਦਿੱਲੀ, ਸਵੇਰੇ 8 ਵਜੇ ਵਿਸਤਾਰਾ ਦੀ ਫਲਾਈਟ ਚੱਲਦੀ ਹੈ ਅੰਮ੍ਰਿਤਸਰ ਨੂੰ, ਜਾਂ 5 ਵਜੇ 에ਅਰ ਇੰਡੀਆ ਦੀ। 10 ਘੰਟੇ ਅੰਮ੍ਰਿਤਸਰ ਜਾਣ ਲਈ ਕਿਹੜੀ 에ਅਰਲਾਈਨਸ, ਕਿਸੇ ਵੀ 에ਅਰਲਾਈਨ ਇੰਡਸਟਰੀ ਵਿੱਚ ਇੰਨੇ ਵੱਧ ਵਕਫੇ ਨੂੰ ਇਹ ਕੋਈ ਗੁੱਡ ਕਨੈਕਸ਼ਨ ਨਹੀਂ ਕਿਹਾ ਜਾਂਦਾ। ਸੋ ਇਹ 'ਚ ਸਾਡੇ ਪੰਜਾਬੀ ਦੇ MPਆਂ ਨੂੰ ਵੀ ਕੋਈ ਖੁਸ਼ੀ ਗੱਲ ਨਹੀਂ ਹੈ ਕਿ ਜਿਹੜੇ ਟਵੀਟ ਕਰ ਰਹੇ ਨੇ ਕਿ ਬੜੀ ਵੱਡੀ ਗੱਲ ਹੋ ਗਈ ਹੈ ਕਿ ਅਸੀਂ ਇਹ ਜਿਹੜੀ ਟਵੀਟ ਹੈ ਉਹਨਾਂ ਨੇ ਆਪਣੀ ਸਰਕਾਰ ਨੂੰ ਤੇ ਚਲੋ ਕਹਿਣਾ ਹੈ, ਪਰ ਇਹ ਪੰਜਾਬੀ ਡਾਇਸਪੋਰਾ ਲਈ ਕੋਈ ਵੱਡੀ ਗੱਲ ਨਹੀਂ ਹੈ। ਹਾਂ, 에ਅਰ ਕੈਨੇਡਾ ਤੇ ਵਿਸਤਾਰਾ ਜਾਂ ਇੰਡੀਆ ਦੀ 에ਅਰਲਾਈਨਸ ਐਸਾ ਕੋਡ ਸ਼ੇਅਰ ਕਰਨ ਜਿੱਦਾਂ 에ਅਰ ਇੰਡੀਆ ਇਸ ਸਮੇਂ ਦਿੱਲੀ ਪਹੁੰਚਦੀ ਹੈ ਆਪਣੀ ਫਲਾਈਟ, ਫਿਰ 2 ਘੰਟੇ ਬਾਅਦ ਉਹ ਅੰਮ੍ਰਿਤਸਰ ਨੂੰ ਭੇਜ ਦਿੰਦੀ ਹੈ। ਚਲੋ ਉੱਪਰੋਂ ਲੰਘ ਕੇ ਦਿੱਲੀ ਪਹੁੰਚਦੇ ਆ, ਫਿਰ ਵਾਪਸ ਅੰਮ੍ਰਿਤਸਰ ਨੂੰ ਆਉਂਦੇ ਆ, 3-4 ਘੰਟੇ ਐਕਸਟਰਾ ਲੱਗਦੇ ਆ। ਪਰ ਸਮੱਸਿਆ ਇਹ ਵਾ ਕਿ ਸਾਡੇ ਪੰਜਾਬੀ ਜਿਹੜੇ ਨੇ ਜਲੰਧਰ ਵਾਲੇ ਜਾਂ ਹੋਰ, ਉਹ ਕਹਿੰਦੇ ਨੇ ਕਿ ਅਸੀਂ 11 ਵਜੇ ਦਿੱਲੀ ਪਹੁੰਚ ਗਏ ਆ ਤੇ ਫਿਰ ਅਸੀਂ 1:30 ਵਜੇ ਫਲਾਈਟ ਲਈਏ, 2:30 ਵਜੇ ਅੰਮ੍ਰਿਤਸਰ ਪਹੁੰਚਾਂਗੇ, 3 ਘੰਟੇ ਬਾਅਦ ਫਿਰ ਅਸੀਂ 2 ਘੰਟੇ ਲਾ ਕੇ ਜਲੰਧਰ ਲੁਧਿਆਣੇ ਪਹੁੰਚਾਂਗੇ। ਸੋ ਉਹ ਉੱਥੇ ਹੀ ਬੱਸ ਲੈ ਲੈਂਦੇ ਨੇ, ਉਹਨਾਂ ਨੂੰ ਬੱਸ ਵੀ ਸਸਤੀ ਮਿਲ ਜਾਂਦੀ ਹੈ, ਸਸਤੀ ਲੱਗਦੀ ਹੈ ਉਹਨਾਂ ਨੂੰ, ਤੇ ਉਹਨਾਂ ਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੀ ਟਿਕਟ ਮਹਿੰਗੀ ਹੈ। ਸੋ 에ਅਰਲਾਈਨਸ ਨੂੰ ਅੰਕੜੇ ਨਹੀਂ ਪਹੁੰਚਦੇ, ਉਹ ਕਹਿੰਦੇ ਨੇ ਕਿ ਅੰਮ੍ਰਿਤਸਰ ਜਾ ਹੀ ਕੋਈ ਨਹੀਂ ਰਿਹਾ, ਬਹੁਤ ਘੱਟ ਜਾ ਰਹੇ ਨੇ, ਇਹ ਤੇ ਅਸੀਂ ਹਫਤੇ ਦੀਆਂ 5 ਫਲਾਈਟਾਂ 3 ਫਲਾਈਟਾਂ ਸ਼ੁਰੂ ਨਹੀਂ ਕਰ ਸਕਦੇ। ਸੋ ਇਹ ਚੀਜ਼ਾਂ ਜਿਹੜੀਆਂ ਟੈਕਨੀਕਲ ਪੁਆਇੰਟਸ ਨੇ, ਇਹ ਸਾਰੇ ਇਕੱਠੇ ਹੋ ਜਾਂਦੇ ਨੇ। ਹੁਣ ਜੇ ਕੋਡ ਸ਼ੇਅਰ ਕਰਕੇ ਉਹਦਾ ਤਾਂ ਫਾਇਦਾ ਵਾ ਕਿ ਜੇ ਤੁਸੀਂ 2 ਘੰਟਿਆਂ 'ਚ ਅੰਮ੍ਰਿਤਸਰ ਪਹੁੰਚ ਜਾਓ, ਘੱਟੋ ਘੱਟ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਬਠਿੰਡਾ 1 ਘੰਟਾ ਦੂਰ ਆ। ਪਰ ਉਹ ਵੀ ਜਿਹੜੇ ਸਾਡੇ ਸੱਜਣ ਨੇ, ਹੁਣ ਪੰਜਾਬ ਸਰਕਾਰ ਪ੍ਰਮੋਟ ਕਰ ਰਹੀ ਹੈ ਕਿ ਅਸੀਂ ਬੱਸਾਂ ਚਲਾ ਰਹੇ ਹਾਂ, ਦਿੱਲੀ ਨੂੰ ਬੜੀਆਂ ਚਲਾਤੀਆਂ ਜੀ, ਤੇ ਪ੍ਰਾਈਵੇਟ ਬੱਸਾਂ 'ਤੇ ਜਾਣ ਦੀ ਲੋੜ ਨਹੀਂ ਹੈ, ਸਾਡੀਆਂ ਬੱਸਾਂ ਦਾ ਕਿਰਾਇਆ ਵੀ ਘੱਟ ਹੈ। ਪਰ 9 ਫਲਾਈਟਾਂ ਨਹੀਂ, 9 ਡੈਸਟੀਨੇਸ਼ਨ ਜਿਹੜੀਆਂ ਨੇ ਇੰਟਰਨੈਸ਼ਨਲ ਅੰਮ੍ਰਿਤਸਰ ਦੇ ਜੁੜੀਆਂ ਨੇ, ਤੇ ਰੋਜ਼ ਦੀਆਂ ਹਫਤੇ ਦੀਆਂ ਕਿੰਨੀਆਂ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਜਾ ਰਹੀਆਂ ਨੇ, ਲੰਡਨ, ਸਿੰਗਾਪੁਰ, ਦੋਹਾ ਤੋਂ ਅੱਗੇ ਕੁਆਲਾਲੰਪੁਰ, ਸ਼ਾਰਜਾ, ਦੁਬਈ, ਬਰਮਿੰਗਮ, ਤੇ ਇਹ ਫਲਾਈਟਾਂ ਲਈ ਕਨੈਕਸ਼ਨ ਕੀ ਅੰਮ੍ਰਿਤਸਰ ਤੋਂ ਬੱਸ ਸਰਵਿਸ ਨਹੀਂ ਦੇ ਸਕਦੀ ਪੰਜਾਬ ਸਰਕਾਰ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ। ਕਸੂਰਵਾਰ ਸਾਰੇ ਨੇ, ਪਰ ਉਹ 'ਚ ਨੁਕਸਾਨ ਕਿਹਦਾ ਹੋ ਰਿਹਾ? ਪੰਜਾਬੀਆਂ ਦਾ। ਪੰਜਾਬ ਜਿਹੜਾ ਇਹਨਾਂ ਆਰਥਿਕਤਾ ਲਈ ਜਿਹੜਾ ਉਹਨਾਂ ਨੂੰ ਫਾਇਦਾ ਹੋ ਸਕਦਾ ਇਹਨਾਂ ਸਿੱਧੀਆਂ ਉਡਾਨਾਂ ਨਾਲ, ਉਹ ਫਾਇਦਾ ਨਹੀਂ ਪਹੁੰਚ ਰਿਹਾ। ਰਸਤੇ ਤੁਸੀਂ ਦਿੱਲੀ, ਹਰਿਆਣੇ, ਉੱਥੇ ਖਾਂਦੇ ਪੀਂਦੇ ਵੀ ਜੇ ਗੱਡੀਆਂ ਲੰਘਦੀਆਂ, ਤੇਲ ਵੀ ਭਰਾਉਂਦੇ ਹੋਵੋਗੇ ਉਹਨਾਂ ਨੂੰ, ਇਕੋਨਮੀ ਨੂੰ। ਸੋ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਲੌਬੀ ਬੜੀ ਸਟਰੋਂਗ ਹੈ, ਹੋਟਲ ਬੰਦ ਹੋਏ ਰਸਤੇ 'ਚ। ਚਲੋ ਇਹ ਕਿਹਾ ਜਾਂਦਾ ਹੈ, ਅਜ਼ੰਪਸ਼ਨਸ ਨੇ, ਜਿੱਦਾਂ ਕੈਨੇਡਾ ਵਾਲਿਆਂ ਦੀ ਬੜੀਆਂ ਅਜ਼ੰਪਸ਼ਨਸ ਸਨ ਪਹਿਲਾਂ। ਮਾਫ ਕਰਨਾ, ਕੁਝ ਉਹਨਾਂ ਦੇ ਮੈਂਬਰ ਪਾਰਲੀਮੈਂਟ ਵੀ ਕਹਿ ਦਿੰਦੇ ਸੀ ਕਿ ਭਾਰਤ ਵਾਲੀ ਸਾਈਡ ਤੋਂ ਪ੍ਰੋਬਲਮ ਹੈ ਪਹਿਲਾਂ। ਪਰ ਜੇ ਤੁਹਾਡੀ 에ਅਰਲਾਈਨ ਨੇ ਅਪਲਾਈ ਨਹੀਂ ਕੀਤਾ, ਕਦੀ ਤਿਆਰ ਹੀ ਨਹੀਂ ਹੈਗੀ, ਤੇ ਉਹਨਾਂ ਨੇ ਕਿੱਥੋਂ ਤੁਹਾਨੂੰ ਨਾ ਕਰ ਦਿੱਤੀ ਹੈ ਪਹਿਲਾਂ। 에ਅਰ ਕੈਨੇਡਾ ਨੇ ਕਦੀ ਅਪਲਾਈ ਨਹੀਂ ਕੀਤਾ, ਅਪਲਾਈ ਤੇ ਕਰਨ। ਸੋ ਕਈ ਵਾਰ ਸਮਝੌਤੇ ਅਮੈਂਡ ਹੁੰਦੇ ਨੇ, ਉਹ ਆਪਣੀ ਸਰਕਾਰ ਨੂੰ ਲਿਖ ਕੇ ਦੇਣ, ਜਿੱਦਾਂ UAE ਨੇ ਹੁਣ ਮੰਗਿਆ ਵਾ ਕਿ ਸਾਨੂੰ ਅੰਮ੍ਰਿਤਸਰ ਲਈ ਪੁਆਇੰਟ ਆਫ ਕਾਲ ਦਿੱਤਾ ਜਾਵੇ। ਅੰਮ੍ਰਿਤਸਰ, ਮੈਂਗਲੋਰ ਤੇ ਪੁਣੇ, ਇੱਦਾਂ ਉਹਨਾਂ ਨੇ 3 ਡੈਸਟੀਨੇਸ਼ਨ ਮੰਗੀਆਂ ਨੇ ਕਿ ਸਾਨੂੰ ਦਿੱਤੀਆਂ ਜਾਣ। ਹੁਣ ਭਾਰਤ ਸਰਕਾਰ ਨਾ ਕਰ ਸਕਦੀ ਹੈ, ਪਰ ਉਹ ਮੰਗ ਤੇ ਰਹੇ ਨੇ ਨਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਤਹਿਤ ਇਹ ਜਿਹੜੀ ਸਾਰੀ ਟੈਕਨੀਕਲ ਚੀਜ਼ ਹੈ ਜੋ ਹਵਾਈ ਸਮਝੌਤੇ ਹੁੰਦੇ ਨੇ। ਹੁਣ ਇੱਕ ਹੋਰ ਗੱਲ ਦੱਸ ਦੇਵਾਂ, ਇਸੇ ਕਰਕੇ ਹੀ ਐਮੀਰੇਟਸ, ਇਤਿਹਾਦ, ਇਹ ਜਿਹੜੀਆਂ 에ਅਰਲਾਈਨਸ ਨੇ, ਈਵਨ KLM ਵੀ ਜਿਹੜੀ ਹੈ ਨੈਦਰ ਹਾਲੈਂਡ ਤੋਂ, ਕਾਫੀ ਕਹਿੰਦੇ ਨੇ ਅਸੀਂ ਹਾਲੈਂਡ ਤੋਂ ਬੜੇ ਲੋਕ ਜਾਂਦੇ ਨੇ, ਕੈਲਗਰੀ ਤੋਂ, ਐਮਸਟਰਡਮ, ਦਿੱਲੀ, ਕਿ ਉਹਨਾਂ ਤੱਕ ਅਪਰੋਚ ਕਰੋ।
ਹਾਂਜੀ ਉਹਨਾਂ ਦਾ ਕਰਾਂਗੇ, ਪਰ ਕੀ 에ਅਰਲਾਈਨ ਜ਼ੋਰ ਲਾਣਾ ਪਏਗਾ, ਅਪਲਾਈ ਕਰਨਾ ਪਏਗਾ। ਇਸੇ ਕਰਕੇ ਐਮਿਰੇਟਸ ਜ਼ੋਰ ਲਾ ਰਹੀ ਹੈ, ਹੋਰ ਵੀ 에ਅਰਲਾਈਨ ਜਿਹੜੀਆਂ ਨੇ ਮਿਡਲ ਈਸਟਰਨ ਦੇ, ਕੁਵੈਤ ਦੀਆਂ ਹੋਰ ਵੀ ਜ਼ੋਰ ਲਾ ਰਹੀਆਂ ਨੇ, ਪਰ ਇੰਡੀਆ ਕਹਿ ਰਿਹਾ ਨਹੀਂ। ਸੋ ਉਹਨਾਂ ਦੀ ਮਰਜ਼ੀ ਹੈ, ਅਸੀਂ ਰਿਕੁਐਸਟ ਕਰ ਸਕਦੇ ਹਾਂ, ਪਰ ਉਹ ਰਿਕੁਐਸਟ ਕਰ ਰਹੇ ਨੇ। ਇਹ ਸਾਨੂੰ ਸਾਰਿਆਂ ਨੂੰ ਲੌਬੀ ਕਰਨਾ ਪਏਗਾ, ਐਡਵੋਕੇਸੀ ਕਰਨੀ ਪਏਗੀ, ਰਿਕੁਐਸਟ ਕਰਨੀ ਪਏਗੀ, ਤੁਸੀਂ ਕਹਿ ਲਓ। ਸੋ ਮੁੜ ਤੋਂ ਇਹ ਜਿਹੜੀ ਜਾਣਕਾਰੀ ਹੈ, ਅਗੇਨ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਕਿਸ ਤਰ੍ਹਾਂ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਜਿਹੜੀ ਪਟੀਸ਼ਨ ਪਾਈ ਗਈ ਸੀ ਪਹਿਲਾਂ ਬ੍ਰੈਡ ਵਿਸ ਵੱਲੋਂ ਪਾਈ ਗਈ, ਉਸ ਤੋਂ ਪਹਿਲਾਂ MP ਸਹੋਤਾ, ਦੋਵੇਂ ਦੂਜੇ ਵੱਖਰੇ ਪਾਰਟੀਆਂ ਵੱਲੋਂ ਨੇ। ਸੋ ਐਜ਼ ਐਨ ਆਲ ਪਾਰਟੀ ਸਪੋਰਟ ਦਿਸ ਥਿੰਗ ਹੈਜ਼ ਟੂ ਬੀ ਟੇਕਨ ਫਾਰਵਰਡ। ਆਓ ਅਸੀਂ ਰਲ ਕੇ, ਇਹ ਦੋਸ਼ ਦੇਣ ਦੀ ਬਜਾਏ ਕਿ ਉਹ ਨਹੀਂ ਅਲਾਓ ਕਰਦੇ, ਉਹ ਨਹੀਂ ਕਰਦੇ, ਆਓ ਟੈਕਨੀਕਲੀ ਚੀਜ਼ ਨੂੰ ਮੰਨੀਏ। ਤੇ ਦੂਜੀ ਗੱਲ ਮੈਂ ਦੱਸ ਦੇਵਾਂ, ਕਾਫੀ ਆ ਰਹੇ ਨੇ, ਕੋਈ ਕਹਿ ਰਿਹਾ ਲੁਧਿਆਣੇ ਤੋਂ ਸ਼ੁਰੂ ਕੀਤੀਆਂ ਜਾਣ, ਹਾਲੇ ਉੱਥੇ 에ਅਰਪੋਰਟ ਟਰਮੀਨਲ ਨਹੀਂ ਬਣਿਆ। ਚੰਡੀਗੜ੍ਹ ਦੀ ਗੱਲ ਕੀਤੀ, ਚੰਡੀਗੜ੍ਹ ਦੀ ਗੱਲ ਉਸ ਵੇਲੇ ਤੋਂ ਕੀਤੀ ਜਾ ਰਹੀ ਹੈ ਲੌਬੀ ਕਰਨ ਦੀ, ਜਦੋਂ ਉੱਥੇ ਰਨਵੇ ਛੋਟਾ ਸੀ। 2019 ਵਿੱਚ ਉਹਨਾਂ ਦਾ ਰਨਵੇ ਵੱਡਾ ਹੋਣਾ ਸ਼ੁਰੂ ਹੋਇਆ। ਸੋ ਸਾਡੇ ਪੰਜਾਬੀ ਅੰਮ੍ਰਿਤਸਰ ਨੂੰ ਛੱਡ ਕੇ ਚਾਹੁੰਦੇ ਨੇ ਅਸੀਂ ਹਰ ਥਾਂ ਚਲੇ ਜਾਈਏ। ਅਸੀਂ ਨਹੀਂ ਕਹਿੰਦੇ ਕਿ ਨਾ ਚਲਾਓ ਚੰਡੀਗੜ੍ਹ ਨੂੰ, ਅਸੀਂ ਦੱਸ ਰਹੇ ਹਾਂ ਜੋ ਸਾਨੂੰ ਟੈਕਨੀਕਲ ਪਤਾ ਹੈ। ਇਹ ਪੰਜਾਬੀ ਧਿਆਨ ਨਾਲ ਸੁਣਨ। ਅੰਮ੍ਰਿਤਸਰ ਇੱਕ ਪ੍ਰੂਵਨ ਡੈਸਟੀਨੇਸ਼ਨ ਹੈ। ਕਿਹਾ ਜਾਂਦਾ ਹੈ 3 ਸੂਬੇ ਲੱਗਦੇ ਨੇ, ਹਰਿਆਣਾ, ਹਿਮਾਚਲ ਤੇ ਪੰਜਾਬ ਉਹਨੂੰ। ਇਹੀ ਗੱਲ ਅਸੀਂ ਵੀ ਕਹਿ ਸਕਦੇ ਹਾਂ, ਪੰਜਾਬ ਨੂੰ ਹਰਿਆਣਾ ਲੱਗਦਾ ਹੈ ਤੇ ਨਾਲ ਦੀ ਨਾਲ ਹਿਮਾਚਲ ਵੀ ਲੱਗਦਾ ਹੈ ਸਾਨੂੰ, ਤੇ ਜੰਮੂ ਵੀ ਲੱਗਦਾ ਹੈ। ਸੋ ਅੰਮ੍ਰਿਤਸਰ ਤੋਂ ਕੋਵਿਡ ਦੌਰਾਨ ਕਿੰਨੀਆਂ ਫਲਾਈਟਸ UK ਗਈਆਂ, ਤੁਸੀਂ ਕਾਫੀ ਕੈਨੇਡਾ ਵਾਲੇ ਕੈਨੇਡਾ ਨੂੰ ਵੀ ਆਏ, ਤੇ ਉਹ 8500 ਜਿਹੜੇ ਯਾਤਰੀ ਨੇ ਉਹ UK ਨੂੰ ਗਏ ਬ੍ਰਿਟਿਸ਼ 에ਅਰਵੇਜ਼ ਤੇ। ਜਿਹੜੇ ਕਦੀ ਅੰਮ੍ਰਿਤਸਰ ਦਾ ਹਵਾਈ ਅੱਡਾ ਤੱਕਿਆ ਨਹੀਂ ਸੀ ਗੁਰੂ ਰਾਮਦਾਸ ਦੇ ਦਰ ਤੇ, ਉਹ ਵਾਪਸ ਕੈਨੇਡਾ ਪਹੁੰਚੇ। ਕੀ ਚੰਡੀਗੜ੍ਹ ਤੋਂ ਫਲਾਈਟਸ ਆਪਰੇਟ ਹੋਈਆਂ? ਨਹੀਂ ਹੋਈਆਂ। ਇਨਫਰਾਸਟ੍ਰਕਚਰ ਜਿਹੜਾ ਹੈ ਉਹ ਸਾਰਾ ਅੰਮ੍ਰਿਤਸਰ ਅਵੇਲੇਬਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਚੰਡੀਗੜ੍ਹ ਨਹੀਂ ਹੈ, ਚੰਡੀਗੜ੍ਹ ਮਾਫ ਕਰਨਾ, ਮੈਂ ਉਹਨਾਂ ਦੇ ਕੋਈ ਅਸੀਂ ਨਹੀਂ ਕਰ ਰਹੇ, ਪਰ ਜਿਹੜੀ ਇੱਕ ਮਾਰਕੀਟ ਪ੍ਰੂਵ ਕੀਤੀ ਹੈ 에ਅਰਲਾਈਨਸ ਉੱਥੇ ਜਾਂਦੀਆਂ ਨੇ, ਤੇ ਅਸੀਂ ਉਹਦੀ ਐਡਵੋਕੇਸੀ ਕਰੀਏ ਇਸ ਸਮੇਂ। ਜਦੋਂ ਇੱਧਰ ਹੋ ਜਾਣਗੀਆਂ ਤੇ ਉੱਧਰ ਵੀ ਸ਼ੁਰੂ ਕਰਵਾਓ। ਜਦੋਂ ਸਾਡਾ ਫੋਕਸ ਇੱਕ ਚੀਜ਼ ਤੋਂ ਮੁੜ ਕੇ ਦੂਜੇ ਪਾਸੇ ਜਾਂਦਾ ਹੈ ਤੇ ਉਹਦੇ ਨਾਲ ਫਿਰ ਇਹ ਡਿਵੀਜ਼ਨ ਹੁੰਦੀ ਹੈ। ਸੋ ਪੋਲੀਟੀਕਲੀ ਕਰੈਕਟ ਹੋਣ ਲਈ ਚਲੋ ਚੰਡੀਗੜ੍ਹ ਵੀ ਪਾ ਦਿੰਦੇ ਸਮਝੌਤਿਆਂ 'ਚ, ਪਰ ਇਸ ਸਮੇਂ ਉੱਥੋਂ ਸਿਰਫ ਸ਼ਾਰਜਾ ਦੀ ਫਲਾਈਟ ਆਪਰੇਟ ਹੋ ਰਹੀ ਹੈ ਜਾਂ ਦੁਬਈ ਦੀ ਇੱਕ ਫਲਾਈਟ ਆਪਰੇਟ ਹੋ ਰਹੀ ਹੈ, ਪਰ ਅੰਮ੍ਰਿਤਸਰੋਂ ਰੋਜ਼ ਦੀਆਂ 4 ਫਲਾਈਟਸ UA ਲਈ ਆਪਰੇਟ ਹੋ ਰਹੀਆਂ ਨੇ। ਕਾਰਗੋ ਦੀ ਗੱਲ ਕਰਦੇ ਹਾਂ, ਲੰਡਨ ਦੀ ਫਲਾਈਟ ਤੇ ਕਾਰਗੋ ਸਿਰਫ ਅੰਮ੍ਰਿਤਸਰੋਂ ਉੱਧਰ ਜਾ ਰਿਹਾ, ਉੱਧਰੋਂ ਇੱਧਰ ਨਹੀਂ ਆ ਰਿਹਾ। ਕਾਰਗੋ ਦਾ ਇੰਤਜ਼ਾਮ ਕਿਹਨੇ ਕਰਨਾ ਹੈ, ਲੌਬਿੰਗ ਕਿਹਨੇ ਕਰਨੀ, ਜਾਂ ਫੈਸਿਲਿਟੀਜ਼ ਕਿਹਨੇ ਦੇਣੀਆਂ? ਸਟੇਟ ਗਵਰਨਮੈਂਟ ਦਾ ਵੀ ਫਰਜ਼ ਹੁੰਦਾ ਹੈ। ਪੰਜਾਬੀਆਂ ਨੂੰ ਬੇਨਤੀ ਹੈ, ਜੇ ਅਸੀਂ 에ਅਰਪੋਰਟ ਦੀਆਂ ਬਿਲਡਿੰਗਾਂ ਬਣਵਾਈ ਜਾਵਾਂਗੇ, ਆਦਮਪੁਰ, ਲੁਧਿਆਣੇ, ਬਠਿੰਡੇ, ਪਟਿਆਲੇ, ਸਾਰੇ ਪਾਸੇ ਬਿਲਡਿੰਗਾਂ ਹੀ ਬਣ ਕੇ ਰਹਿ ਜਾਣਗੀਆਂ। ਤੁਹਾਡੇ ਜ਼ਮੀਨਾਂ ਦੇ ਮੁੱਲ ਥੋੜ੍ਹੀ ਦੇਰ ਵਧਣਗੇ। ਸਰਕਾਰ ਆਪਣੀ ਜ਼ਮੀਨ ਦੇ ਕੇ, ਕਿਸਾਨਾਂ ਨੂੰ ਮੁੱਲ ਦੇ ਕੇ ਜਿਹੜੀ ਉਪਜਾਊ ਜ਼ਮੀਨ ਹੈ ਉੱਤੇ ਬਿਲਡਿੰਗਾਂ ਬਣਾ ਦੇਗੀ। ਪਰ ਬਠਿੰਡਾ 에ਅਰਪੋਰਟ ਤੇ ਹੋਰਨਾਂ 에ਅਰਪੋਰਟਸ ਦਾ ਹਾਲ ਤੁਸੀਂ ਦੇਖਿਆ ਹੀ ਹੈ। ਸੋ 100 ਕਿਲੋਮੀਟਰ ਦੇ ਕੋਲ, ਈਵਨ ਕੈਨੇਡਾ 'ਚ ਵੀ ਇਸ ਤਰ੍ਹਾਂ 에ਅਰਪੋਰਟ ਨਹੀਂ ਹੋਣਗੇ, ਅਮਰੀਕਾ 'ਚ ਵੀ ਨਹੀਂ ਹੈਗੇ। ਅਮਰੀਕਾ 'ਚ ਵੀ ਘੱਟੋ ਘੱਟ 80-90 ਮੀਲ, ਜਿਹੜਾ ਕਿ 150-200 ਕਿਲੋਮੀਟਰ ਬਣਦਾ ਫਿਰ 에ਅਰਪੋਰਟ ਨੇ। ਹਾਂਜੀ, ਜਿੱਥੇ ਬਹੁਤ ਜ਼ਿਆਦਾ ਆਬਾਦੀ ਹੈ ਨਿਊਯਾਰਕ ਵਗੈਰਾ 'ਚ, ਉੱਥੇ ਜ਼ਰੂਰ ਨੇ। ਸੋ ਇਹ ਗੱਲ ਸਾਡੇ ਪੰਜਾਬੀਆਂ ਨੂੰ ਸੋਚਣੀ ਚਾਹੀਦੀ ਹੈ। ਬਾਹਰ ਵਾਲਿਆਂ ਨੂੰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇੱਥੇ ਲੁਧਿਆਣੇ ਵੀ ਬਣ ਰਿਹਾ, ਕਾਫੀ ਲੋਕ ਕਮੈਂਟ ਵੀ ਪਾਉਂਦੇ ਨੇ ਕਿ ਹਾਂਜੀ ਹਲਵਾਰੇ ਨੂੰ ਫਲਾਈਟਾਂ ਲੁਧਿਆਣਾ ਵਿੱਚ ਘਰ ਹੈ। ਮੈਂ ਫਿਰ ਦੱਸ ਦੇਵਾਂ, ਜੇ ਤੁਸੀਂ 11 ਵਜੇ ਦਿੱਲੀ ਪਹੁੰਚ ਰਹੇ ਜੇ, 11:30, 2:15 ਵਜੇ ਦਿੱਲੀੋਂ ਅੰਮ੍ਰਿਤਸਰ ਦੀ ਫਲਾਈਟ ਚੱਲਦੀ ਹੈ ਟੋਰਾਂਟੋ ਦੀ, 17 ਘੰਟੇ 'ਚ ਅੰਮ੍ਰਿਤਸਰ ਪਹੁੰਚ ਜਾਂਦੇ। ਅੰਮ੍ਰਿਤਸਰੋਂ ਬਾਹਰ ਨਿਕਲੋ, ਤੁਹਾਡਾ ਸਮਾਨ ਦਿੱਲੀ ਇਮੀਗ੍ਰੇਸ਼ਨ ਤੇ ਉੱਥੇ ਇਮੀਗ੍ਰੇਸ਼ਨ ਹੋ ਚੁੱਕੀ ਹੈ, ਸਮਾਨ ਪਿਕ ਕਰੋ, ਗੱਡੀ ਫੜੋ। ਜਲੰਧਰ ਜਾਣਾ ਹੋਵੇ ਤੇ ਘੰਟਾ 1.5 ਘੰਟਾ ਲੱਗ ਜਾਏਗਾ। ਦਿੱਲੀ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਕਰਾ ਕੇ ਸਾਰਾ ਕਰਕੇ, ਰਸਤੇ 'ਚ ਟ੍ਰੈਫਿਕ ਜਾਮ ਹੋਵੇ ਜੇ ਦਿਨ ਵੇਲੇ, 8-9 ਘੰਟੇ ਤੁਹਾਨੂੰ ਜਲੰਧਰ ਜਾਣ ਲੱਗਿਆ ਲੱਗ ਜਾਣਗੇ। $200 ਪਿੱਛੇ ਜਦੋਂ ਬਚਾਣੇ ਨੇ, ਫੈਮਿਲੀ ਦਾ $1000 ਬਚਾਉਣਾ ਹੈ, ਬਚਾ ਲਓ। ਪਰ ਜੇ ਉਹ $1000 ਤੁਸੀਂ ਆਪਣਾ ਟਾਈਮ ਜਿਹੜਾ ਹੈ 10 ਘੰਟੇ 12 ਘੰਟੇ ਅੰਮ੍ਰਿਤਸਰ ਆ ਗਏ, ਫਿਰ ਵੀ ਤੁਸੀਂ ਪਹਿਲਾਂ ਪਹੁੰਚ ਜਾਓਗੇ। ਜੇ ਇਸ ਤਰ੍ਹਾਂ ਹੀ ਸਸਤੀਆਂ ਫਲਾਈਟਸ ਵੇਖਣੀਆਂ ਵਾ ਤੇ ਦਿੱਲੀ ਹਮੇਸ਼ਾ ਜ਼ਿਆਦਾ ਫਲਾਈਟਸ ਰਹਿਣਗੀਆਂ, ਅੰਮ੍ਰਿਤਸਰ ਹਮੇਸ਼ਾ ਥੋੜੀ ਇੱਕ ਫਲਾਈਟ ਚੱਲੇਗੀ, ਡਿਮਾਂਡ ਜ਼ਿਆਦਾ ਹੋਏਗੀ, 70% ਸੀਟਾਂ ਭਰ ਜਾਂਦੀਆਂ। ਫਿਰ ਬਾਕੀ ਸੀਟਾਂ 에ਅਰਲਾਈਨਸ ਨੇ ਇਕਨੋਮੀ ਕਲਾਸ ਵਿੱਚ ਹੀ ਥੋੜੀਆਂ ਮਹਿੰਗੀਆਂ ਵਿਕਦੀਆਂ, ਜਹਾਜ਼ ਭਰੀ ਜਾਂਦਾ, ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਥੋੜੀ। ਦਿੱਲੀੋਂ 70%, ਫਿਰ ਕਿਹਾ ਜਾਂਦਾ ਕਿ ਦਿੱਲੀੋਂ ਜੇ 70% ਜਹਾਜ਼ ਭਰ ਰਹੇ ਨੇ ਤੇ ਉਹਨਾਂ ਨੂੰ ਪ੍ਰੋਫਿਟ ਕਿੱਥੋਂ ਹੁੰਦਾ? ਉਹਨਾਂ ਦੀ ਟਿਕਟਾਂ ਕਿਉਂ ਨਹੀਂ ਮਹਿੰਗੀਆਂ ਹੁੰਦੀਆਂ, ਜਾਂ 에ਅਰਲਾਈਨਸ ਨੂੰ ਲਾਸ ਕਿਉਂ ਨਹੀਂ ਹੁੰਦਾ? ਦਿੱਲੀ ਤੋਂ ਕਾਰਗੋ ਬਹੁਤ ਜਾਂਦਾ ਹੈ, ਪੰਜਾਬ ਤੋਂ ਵੀ ਉੱਧਰ ਨੂੰ ਜਾ ਰਿਹਾ, ਹੋਰ ਚੀਜ਼ਾਂ ਜਾਂਦੀਆਂ।
ਕਈ ਵਾਰ 에ਅਰਲਾਈਨਸ ਨੂੰ ਆਪਣੇ 에ਅਰ ਕੈਨੇਡਾ ਜਿਹੜੀ ਹੈ ਉਹਦੀ ਵੀ ਸਟ੍ਰੈਟਜੀ ਹੋਏਗੀ ਕਿ ਵੱਡੇ 에ਅਰਪੋਰਟ ਅਸੀਂ ਫੜੀਏ ਪਹਿਲਾਂ, ਕਿ ਅਸੀਂ ਆਹ ਦੇਖੋ ਜੀ ਇੰਡੀਆ ਦੀ ਹੱਬ ਤੇ ਜਾ ਰਹੇ ਹਾਂ। ਪਰ ਜੇ 에ਅਰ ਇੰਡੀਆ ਸ਼ੁਰੂ ਕਰ ਰਹੀ ਹੈ ਲੰਡਨ ਬਰਮਿੰਗਮ ਦੀ ਫਲਾਈਟ, ਤੇ ਉਹਨਾਂ ਨੂੰ ਤੇ ਕਾਮਯਾਬ ਕਰੀਏ। ਪਰ ਇਹ ਕਮੈਂਟ ਇਹੀ ਆਉਂਦੇ ਨੇ ਕਿ ਕਤਰ 에ਅਰਵੇਜ਼ ਦੀ ਫਲਾਈਟ ਬਹੁਤ ਮਹਿੰਗੀ ਹੈ। ਹੋ ਸਕਦਾ ਮਹਿੰਗੀ ਹੋਵੇ, ਅਸੀਂ ਮੰਨਦੇ ਹਾਂ, ਪੈਸੇ ਤੁਹਾਡੇ ਨੇ, ਪਰ ਇਹ ਪ੍ਰੈਫਰੈਂਸ ਦੀ ਗੱਲ ਹੈ। ਇੱਕ ਸਾਲ ਲਈ ਅਸੀਂ, ਹਰ ਕਿਸੇ ਨੇ ਸਾਲ ਚਲੋ ਇੱਕ ਵਾਰੀ ਜਾਣਾ, ਚਲੋ ਕੋਈ ਨਹੀਂ, ਅਸੀਂ ਦਿੱਲੀ ਜਾਣਾ, ਚਲੋ ਚਲ ਜਾਾਂਗੇ। ਪਰ ਅਸੀਂ ਲੱਖਾਂ ਪੰਜਾਬੀ ਹਾਂ, ਜੇ ਅਸੀਂ $500 ਵੀ ਵੱਧ ਦੇ ਦਈਏ ਤੇ ਅੰਮ੍ਰਿਤਸਰ ਜਾਈਏ, ਉੱਥੇ ਅਸੀਂ ਲੈਂਡ ਕਰਾਂਗੇ, ਹਵਾਈ ਅੱਡੇ ਨੂੰ ਇਨਕਮ ਹੋਏਗੀ ਜਾਂ ਕਿਸ ਤਰ੍ਹਾਂ ਵੀ ਹੈ, ਫੈਸਿਲਿਟੀਜ਼ ਭਾਵੇਂ ਦਿੱਲੀ ਵਰਗੀਆਂ ਕਈ ਕਹਿੰਦੇ ਨਹੀਂ ਹੈਗੀਆਂ, ਪਰ ਹਰ ਚੀਜ਼ ਨੂੰ ਪ੍ਰੋਬਲਮ ਟਾਈਮ ਲੱਗਦਾ ਹੈ। ਸੋ ਇਹੋ ਬੇਨਤੀ ਕਰਾਂਗੇ ਕਿ ਆਓ, ਜੇ $500 ਮਹਿੰਗਾ ਵੀ ਹੈ, 300 ਮਹਿੰਗਾ ਹੈ। ਕਈ ਸਾਡੇ ਸੱਜਣ ਨੇ ਉਹ ਕਹਿੰਦੇ ਰਹੇ ਅਸੀਂ ਦਿੱਲੀ ਥਾਣੀ ਕਦੀ ਜਾਂਦੇ ਨਹੀਂ, ਅਸੀਂ ਕਤਰ 에ਅਰਵੇਜ਼ ਤੇ ਜਾਂ ਹੋਰ ਨਾ 에ਅਰਲਾਈਨਸ ਜਿਹੜੇ ਖਾਸ ਕਰਕੇ ਪਹਿਲਾਂ UK ਰਹਿੰਦੇ ਸੀ, ਤੁਰਕਮੇਨਿਸਤਾਨ, ਇਹੋ ਜਿਹੀ 에ਅਰਲਾਈਨਸ ਤੇ ਜਾਂਦੇ ਰਹੇ ਨੇ। ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਵੀ ਚੱਲੀਏ, ਭਾਵੇਂ ਟਿਕਟ ਮਹਿੰਗੀ ਹੋ ਜਾਏ ਕਤਰ ਦੀ, ਅਸੀਂ ਜਾਣਾ ਅੰਮ੍ਰਿਤਸਰ ਹੀ ਹੈ। ਗੁਰੂ ਰਾਮਦਾਸ ਦੇ ਦਰ ਤੇ ਕਹਿੰਦੇ ਪਹਿਲਾਂ ਅਸੀਂ ਪੈਰ ਰੱਖਣਾ ਹੈ, ਸਿਰ ਆਪਣਾ ਉੱਥੇ ਝੁਕਾਉਣਾ ਹੈ। ਸੋ ਈਵਨ ਮੈਂ ਵੀ ਇੰਨਾ ਭਾਵੇਂ ਨਹੀਂ ਹੋਵਾਂ, ਕਈ ਵਾਰੀ ਜੇ ਦਸੰਬਰ 'ਚ ਜਾਓ ਤੇ ਉਦੋਂ ਸੀਟਾਂ ਹੀ ਨਹੀਂ ਹੁੰਦੀਆਂ, ਟਿਕਟ ਨਹੀਂ ਮਿਲਦੀ, ਤੇ ਫਿਰ ਜ਼ਰੂਰ ਸਾਨੂੰ ਚਲੋ ਦਿੱਲੀ ਜਾਓ, ਪਰ ਦਿੱਲੀ ਤੋਂ ਕਨੈਕਟਿੰਗ ਫਲਾਈਟ ਲੈ ਕੇ ਅੰਮ੍ਰਿਤਸਰ ਆਓ। ਸੋ ਇਹ ਅਸੀਂ ਜਿਹੜੇ ਫੈਕਟ ਨੇ ਉਹ ਇਸ ਵੀਡੀਓ ਰਾਹੀਂ ਸ਼ੇਅਰ ਕੀਤੇ ਨੇ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਚਲੋ ਫਲਾਈ ਅੰਮ੍ਰਿਤਸਰ ਆਪਣਾ ਜਿਹੜਾ ਵਲੰਟੀਅਰ ਕੰਮ ਹੈ ਅਸੀਂ ਕਰ ਰਹੇ ਹਾਂ, ਪਰ ਇਹ ਜਿਹੜੀ ਜਾਣਕਾਰੀ ਹੈ ਸਾਰੇ ਪੰਜਾਬੀਆਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ। ਇਹ ਹਵਾਈ ਸਮਝੌਤੇ ਚਲੋ ਚੰਗੀ ਗੱਲ ਹੈ, ਇਹ ਓਪਨ ਸਕਾਈ ਹੋਇਆ ਵਾ। ਹੋ ਸਕਦਾ ਹੈ ਨੈਕਸਟ ਸਟੈਪ ਉਹਨਾਂ ਨੇ ਕਿਹਾ ਵਾ ਕਿ ਅਸੀਂ ਹੌਲੀ ਹੌਲੀ ਐਡਮਿਨਿਸਟ੍ਰੇਟਿਵ ਪ੍ਰੋਸੈਸ, ਇਹ ਸਾਨੂੰ ਪਤਾ ਨਹੀਂ ਹੈ, ਪਰ ਲੋੜ ਹੈ ਹੁਣ ਅਗਾਂਹ ਦੇਖਣ ਦੀ ਕਿ ਕਿੱਥੇ ਸਾਡੇ ਜਿਹੜੇ MP ਨੇ, ਭਾਵੇਂ ਕੈਨੇਡਾ ਦੇ ਨੇ, ਉਹ ਕਿੱਥੇ ਖਲੋਤੇ ਨੇ। ਹਾਂਜੀ, ਹੋ ਸਕਦਾ ਹੈ ਤੁਹਾਡੇ ਉੱਥੇ ਇੰਡੀਅਨਸ ਬਹੁਤ ਹੋਣ, ਪਰ ਬਹੁਤੇ ਤੁਹਾਡੇ ਪੰਜਾਬੀ ਰਹਿੰਦੇ ਨੇ ਕਨਸਟੀਟੂਐਂਟਸ। ਸੋ ਉਹ ਪੰਜਾਬੀਆਂ ਨੇ ਵੀ ਦੇਖੋ ਕਿ ਉਹਨਾਂ ਲਈ ਕੀ ਸਹੂਲਤ ਹੋਈ ਹੈ। ਫਲਾਈਟਾਂ ਦੇ ਰੇਟ ਬਹੁਤ ਵੱਧ ਨੇ, ਹਾਲੇ 35 ਫਲਾਈਟਾਂ ਤੇ ਹੋਈਆਂ ਨਹੀਂ ਸਨ, ਪਤਾ ਨਹੀਂ ਉਹ ਫਲਾਈਟਸ ਦੇ ਰੇਟ ਘਟਣੇ ਕਿੱਦਾਂ ਜਾਂ ਕਿਸ ਤਰ੍ਹਾਂ ਵੀ ਹੈ। ਪਰ ਫਲਾਈਟਸ ਦੇ ਰੇਟ ਹੁਣ ਦਿੱਲੀ ਵੀ ਮਹਿੰਗੇ ਨੇ। ਪਹਿਲਾਂ ਅੰਮ੍ਰਿਤਸਰ ਮਹਿੰਗੇ, ਹਾਲੇ ਤੁਸੀਂ ਅੰਮ੍ਰਿਤਸਰ ਜਾ ਨਹੀਂ ਸਕਦੇ, ਪਰ ਦਿੱਲੀ ਵੀ ਮਹਿੰਗੇ ਨੇ। ਪਰ ਇਹ ਦਿੱਲੀ ਜਾ ਰਹੇ ਹਾਂ ਹੁਣ, ਕਿਉਂਕਿ ਕੋਈ ਆਪਸ਼ਨ ਹੀ ਨਹੀਂ ਹੈ। ਜਦੋਂ ਅਸੀਂ ਅੰਮ੍ਰਿਤਸਰ ਤੇ ਦਿੱਲੀ ਨੂੰ ਕੰਪੇਅਰ ਕਰੀ ਜਾਵਾਂਗੇ ਰੇਟਸ ਨੂੰ, ਅੰਮ੍ਰਿਤਸਰ ਹਵਾਈ ਅੱਡੇ ਦੀਆਂ ਫਲਾਈਟਾਂ ਨੂੰ ਕਾਮਯਾਬੀ ਮਿਲਣੀ ਬਹੁਤ ਮੁਸ਼ਕਲ ਹੋਏਗੀ। ਕਈ ਵਾਰੀ ਫਲਾਈਟਸ ਬੰਦ ਵੀ ਹੋ ਜਾਂਦੀਆਂ ਨੇ। ਸੋ ਮੈਂ ਫਿਰ ਦੱਸ ਦੇਵਾਂ, ਇੱਕ ਕੰਪੈਰੀਜ਼ਨ ਕਰਨਾ ਜਦੋਂ ਤੱਕ ਨਹੀਂ ਛੱਡਾਂਗੇ। ਜਿਹੜੇ ਅਹਿਮਦਾਬਾਦ ਨੇ, ਕੇਰਲਾ ਤੋਂ ਨੇ, ਗੋਆ ਤੋਂ ਨੇ, ਉੱਥੋਂ 3 ਫਲਾਈਟਸ ਹਫਤੇ ਦੀਆਂ ਲੰਡਨ ਹੀਥਰੋ ਲਈ ਜਾ ਰਹੀਆਂ ਨੇ ਸਿੱਧੀਆਂ। ਅੰਮ੍ਰਿਤਸਰ ਤੋਂ ਵੀ 3 ਜਾ ਰਹੀਆਂ ਨੇ। ਜਦੋਂ ਅੰਕੜੇ ਦੇਖਦੇ ਆ, ਅੰਮ੍ਰਿਤਸਰ ਸਭ ਤੋਂ ਥੱਲੇ ਆ ਨੰਬਰ ਆਫ ਪੈਸੇਂਜਰਸ ਵਿੱਚ। 90% ਜਹਾਜ਼ ਭਰਿਆ ਸੀ ਸਤੰਬਰ ਮਹੀਨੇ 'ਚ, ਪਰ ਉਸ ਤੋਂ ਪਹਿਲਾਂ ਸਭ ਤੋਂ ਥੱਲੇ ਫਾਡੀ ਆ, ਤੇ ਸਾਡਾ ਡਾਇਸਪੋਰਾ ਸਭ ਤੋਂ ਵੱਧ ਹੈ। ਕਿਉਂਕਿ ਅਹਿਮਦਾਬਾਦ ਵਾਲੇ ਕਹਿੰਦੇ ਨੇ ਅਸੀਂ ਸਿੱਧਾ ਹੀ ਆਈਏ, ਉਹ ਇਹ ਨਹੀਂ ਵੇਖਦੇ ਕਿ ਦਿੱਲੀ ਤੋਂ ਅਸੀਂ ਬੱਸ ਲੈ ਕੇ ਚੱਲ ਜਾਂਗੇ ਜਾਂ ਦਿੱਲੀ ਤੋਂ ਅਸੀਂ ਅਹਿਮਦਾਬਾਦ ਬੱਸ ਲੈ ਕੇ ਚੱਲ ਜਾਂਗੇ। ਪਰ ਪੰਜਾਬੀ ਵੇਖਦੇ ਨੇ ਬੱਸ ਲੈ ਕੇ ਚੱਲ ਜਾਂਗੇ, ਬਾਈ ਰੋਡ ਚੱਲ ਜਾਂਗੇ, ਆਪਸ਼ਨਸ ਮਿਲ ਜਾਂਦੀਆਂ ਨਾ। ਗੋਆ ਪੈਸੇਂਜਰ ਜ਼ਿਆਦਾ ਨੇ, ਕੇਰਲਾ, ਲੰਡਨ ਤੋਂ ਪੈਸੇਂਜਰ ਜ਼ਿਆਦਾ ਨੇ। ਹੁਣ ਵਿਸਤਾਰਾ ਦੀ ਫਲਾਈਟ ਅੰਮ੍ਰਿਤਸਰੋਂ ਦਿੱਲੀ, ਦਿੱਲੀ ਤੋਂ ਲੰਡਨ ਜਾਂਦੀ ਹੈ। ਜੋ ਪਤਾ ਲੱਗਾ 70 ਤੋਂ 80 ਸਵਾਰੀਆਂ ਅੰਮ੍ਰਿਤਸਰੋਂ ਦਿੱਲੀ, ਦਿੱਲੀ ਤੋਂ ਲੰਡਨ ਵਿਸਤਾਰਾ ਤੇ ਜਾ ਰਹੀਆਂ। ਉਸ ਤਾਂ ਚੰਗੀ 에ਅਰਲਾਈਨ ਹੋਵੇ, 에ਅਰ ਇੰਡੀਆ ਨਹੀਂ ਚੰਗੀ ਮੰਨ ਲੈਂਦੇ ਆ, ਪਰ ਕੁਝ ਤੇ ਸਾਨੂੰ ਸਫ਼ਰ ਕਰਨਾ ਪਏਗਾ, ਪਹਿਲਾਂ ਸੈਕਰੀਫਾਈਸ ਕਰਨਾ ਪਏਗਾ। ਸੋ ਆਓ ਰਲ ਮਿਲ ਕੇ ਹਮਲਾ ਮਾਰੀਏ, ਅੱਗੇ ਚੱਲੀਏ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੁਸੀਂ ਐਨੀਵੇਅਰ ਸੋਸ਼ਲ ਮੀਡੀਆ ਦੇਖ ਸਕਦੇ ਹੋ। ਵੀ ਅਗੇਨ ਰਿਕੁਐਸਟ ਐਵਰੀਬਡੀ, ਆਓ ਅਸੀਂ ਰਲ ਮਿਲ ਕੇ ਇਕੱਠੇ ਇਸ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੀਏ। ਅੰਮ੍ਰਿਤਸਰ ਹੀਥਰੋ ਨਾਲ ਜੁੜਿਆ ਹੈ, ਅੰਮ੍ਰਿਤਸਰ ਲੰਡਨ ਨਾਲ ਜੁੜਿਆ ਹੈ, ਅੰਮ੍ਰਿਤਸਰ ਬਰਮਿੰਗਮ ਨਾਲ ਜੁੜਿਆ ਹੈ, ਅੰਮ੍ਰਿਤਸਰ ਕਤਰ 에ਅਰਵੇ ਨਾਲ ਜੁੜਿਆ ਹੈ, ਜਿਹੜੀ ਕਿ 9 ਡੈਸਟੀਨੇਸ਼ਨ 10 ਅਮਰੀਕਾ ਆਉਂਦੀ ਹੈ, ਮੌਂਟਰੀਅਲ ਵੀ ਆਉਂਦੀ ਹੈ, ਸਿਆਟਲ ਵੀ ਵੈਨਕੂਵਰ ਦੇ ਨਾਲ ਆਉਂਦੀ ਹੈ, ਤੇ ਨਾਲ ਕਨੈਕਟ ਵੀ ਕਰਦੀ ਹੈ ਵੱਖਰੇ ਡੈਸਟੀਨੇਸ਼ਨਸ ਤੇ। 에ਅਰ ਇੰਡੀਆ 17 ਘੰਟਿਆਂ 'ਚ ਹੁਣ ਅੰਮ੍ਰਿਤਸਰ ਪਹੁੰਚਾ ਰਹੀ ਹੈ ਟੋਰਾਂਟੋ ਤੋਂ। ਵੈਨਕੂਵਰ ਤੋਂ ਵੀ ਕਨੈਕਸ਼ਨ ਹੈ ਅੰਮ੍ਰਿਤਸਰ ਦਾ। ਵੱਧ ਕਰੀਏ, 에ਅਰ ਇੰਡੀਆ ਕੋ ਵੀ ਅਸੀਂ ਲੌਬੀ ਕਰ ਸਕਾਂਗੇ, ਵਿਖਾ ਸਕਾਂਗੇ। ਦੇਖੋ ਇਹ ਦੇਖੋ 250 ਵਿੱਚੋਂ 100 ਸਵਾਰੀ ਤੁਹਾਡੀ ਅੰਮ੍ਰਿਤਸਰ ਜਾ ਰਹੀ ਹੈ। ਸੋ ਆਓ ਅੱਗੇ ਇਸ ਤਰ੍ਹਾਂ ਚੱਲੀਏ, ਤੇ ਆਪ ਜੀ ਦਾ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ।